जाय अंदल खै बदरो सुनाय जो काल कृपा कराय। सज्जन सच्चा पात साहू सिर साहंद साहू जिस पास बैठिया सोहिया जिस पास बैठिया सोहिया सबना दा विसाहो। सतनाम श्री वाहिगुरु साहिब जी। एक ओंकार सतगुर प्रसाद। आत श्री गुर प्रताप सूरज ग्रंथे दुत रास लिखियते दोहरा कर सब हिन पद बंदना धर पर धर कर सीस। रचो कथा सतगुरु की बिघन हरहो जगदीश। कर सब हिन पद बंदना। वाहिगुरु जी का खालसा वाहिगुरु जी की फतेह। सतगुरां दी साजी नवाजी गुरु रूप गुरु खालसा साध संगत जी। सतगुरां दी रहमत अंदरली आवाज थोड़ी जी घट करो। रात्रि दे दीवाना टाइम सच्चे पातशाह जी ने दर्शन दीदार बख्शी है। अमृत गुरबाणी पाठ श्रवण कीते। सतगुरां दी दया सदका चल रही लड़ीवार गुर इतिहास विचार। पल्ले अमरदास गुण तेरे तेरी उपमा तोहे बनिया वै। ऐसे सच्चे पातशाह जी दियां वडियाइयां दी आपां विचार कीती है। बाबाणियां कहानियां पुत सुपुत करेन। सच्चे पातशाह जी दे दर साचे साहिबा क्या नाही घर तेरा। घर तां तेरा सब किछ है जिस देह सो पावे सब किछ है। जो भी आया सच्चे पातशाह जी तो सब ਅਤੇ ਪ੍ਰੇਮਾ ਭਗਤੀ ਇਹਨਾਂ ਦੀ ਪ੍ਰੇਮਾ ਜੀ ਨੇ ਮਸਤਕ ਟੇਕ ਦਿੱਤਾ ਜਨ ਸੇਵਿਆ ਤਿਨ ਪਾਇਆ ਮਾਨ। ਸਹਿ ਟਿੱਕਾ ਦਿਤੋਸ ਜੀਵਦੈ। ਸਤਿਗੁਰੂ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ। ਆਪ ਪ੍ਰਤੱਖ ਹੁੰਦਿਆਂ ਆਪਣੀ ਹਜ਼ੂਰੀ ਦੇ ਵਿੱਚ ਦੱਸ ਕੇ ਸਭ ਕੁਛ ਇਹੀ ਸਮਰੱਥਤਾ ਹੁੰਦੀ ਹੈ ਪੂਰੇ ਪੁਰਖਾਂ ਦੀ। ਪਾਤਸ਼ਾਹ ਜੀ ਨੇ ਜਾਣ ਤੋਂ ਪਹਿਲਾਂ ਗੁਰੂ ਕੇ ਸਿੱਖਾਂ ਨੂੰ ਸੱਦਿਆ। ਪਹਿਲਾਂ ਦੱਸ ਦਿੱਤਾ ਬੀਬੀ ਭਾਨੀ ਜੀ ਨੂੰ ਕਿ ਤੇਰੇ ਪਤੀ ਦੀ ਉਮਰ ਹੁਣ ਧੀਏ ਸਮਾਪਤ ਹੈ, ਤੂੰ ਫਿਰ ਕੀ ਕਰੇਂਗੀ। ਭੁੱਲ ਗਈ ਜੀ ਭਲਾ ਜੀ ਭਾਣਾ ਜੀ। ਮਹਾਰਾਜ ਪਾਤਸ਼ਾਹ ਜੀ ਨੇ 3 ਉਪਦੇਸ਼ ਦਿੱਤੇ ਬੀਬੀ ਭਾਨੀ ਜੀ ਨੂੰ। ਬੀਬੀ ਜੀ ਨੇ ਆਪਣੇ ਜੀਵਨ 'ਚ ਐਸੇ ਕਮਾਏ। ਹੱਥ ਜੋੜ ਕੇ ਕਹਿੰਦੀ ਮਹਾਰਾਜ ਮੈਂ ਭਾਣਾ ਮੰਨਾਂਗੀ। ਪਾਤਸ਼ਾਹ ਜੀ ਕਹਿੰਦੇ ਧੀਏ ਬਾਪ ਧੀਆਂ ਦਾ ਘਰ ਨਹੀਂ ਉਜੜਨ ਦਿੰਦਾ, ਇਹ ਧਰਮ ਹੈ। ਅਸੀਂ ਤੈਨੂੰ ਆਪਣੀ ਉਮਰ ਦਿੰਦੇ ਹਾਂ ਤੇਰੇ ਪਤੀ ਨੂੰ,
ਉਹ ਬਕਾਇਦਾ ਦੱਸ ਸਕੇ ਕਿ ਇੰਨੀ ਉਮਰ, ਫਿਰ ਉਨੀ ਹੀ ਉਮਰ ਬਿਲਕੁਲ ਸਾਹਿਬ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੀ ਬਤੀਤ ਕੀਤੀ, ਬਿਲਕੁਲ ਜਿੰਨੀ ਦੱਸਤੀ ਸੀ। ਗੁਰੂ ਕੀਆਂ ਸੰਗਤਾਂ ਨੂੰ ਪਤਾ ਸੀ ਕਿ ਇੰਨਾ ਟਾਈਮ ਬਾਕੀ ਹੈ। ਇਹ ਸਮਰੱਥਾ ਹੁੰਦੀ ਹੈ ਪੂਰੇ ਪੁਰਖਾਂ ਦੀ, ਜਿਹਦੇ ਆਪਾਂ ਗੁਣ ਗਾ ਰਹੇ ਹਾਂ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪ ਹੁੰਦਿਆਂ ਫਿਰ ਆਪਣੀ ਸੰਗਤ ਨੂੰ ਸੱਦਿਆ, ਭਾਈ ਸਾਡਾ ਭਾਣਾ ਆ ਗਿਆ, ਆਓ ਭਾਈ ਸਾਡੇ ਕੋਲ ਸਾਰੇ। ਮੇਰਾ ਹਰ ਭਾਣਾ, ਇਹ ਗੁਰੂ ਦਾ ਭਾਣਾ ਹੈ, ਵਾਹਿਗੁਰੂ ਦਾ ਭਾਣਾ ਤੇ ਗੁਰੂ ਦਾ ਭਾਣਾ। ਮਹਾਰਾਜ ਕਹਿੰਦੇ ਮੇਰਾ ਹਰ ਭਾਣਾ, ਇਹ ਭਾਣਾ ਮੇਰਾ ਹੈ ਭਾਈ। ਤੇ ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ, ਗੁਰੂ ਦੇ ਭਾਣੇ ਦੀ ਕਰਾਮਾਤ। ਪਾਤਸ਼ਾਹ ਕਹਿੰਦੇ ਸਾਡਾ ਭਾਣਾ ਹੈ ਭਾਈ ਇਹ। ਮਹਾਰਾਜ ਨੇ ਆਪਣਾ ਭਾਣਾ ਆਪ ਵਰਤਾਇਆ, ਸੰਗਤਾਂ ਨੂੰ ਹੁਕਮ ਦਿੱਤਾ। ਇੰਨਾ ਟਾਈਮ ਭਾਈ ਸਾਡਾ ਸੀ, ਪਰ ਉਹ ਹੁਣ ਰਾਮਦਾਸ ਨੂੰ ਸਾਡਾ ਹੀ ਸਰੂਪ, ਮੇਰਾ ਹੀ ਰੂਪ ਜਾਣਨਾ ਪ੍ਰਤੱਖ ਹੁੰਦਾ। ਬਹਿਰਾਜ ਆਪ ਟਕਾਇਆ, ਗੁਰਤਾ ਤੇ ਸੁਸ਼ੋਭਤ ਕਰ ਦਿੱਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ। ਸਭ ਕੁਛ ਦੱਸ ਕੇ, ਆਪਣਾ ਕਿਰਿਆ ਕਰਮ ਦੀ ਮਰਜ਼ਾਦਾ ਵੀ ਦੱਸ ਕੇ, ਇਹ ਸਮਰੱਥ ਪੁਰਖਾਂ ਦੀ ਜੋ ਵਡਿਆਈ ਹੈ। ਧੰਨ 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 ਗੁਰੂ ਘਰ ਦੇ ਅਨੰਨ ਮਹਾਂਪੁਰਖ ਸੇਵਕ ਕਵੀ ਸੰਤੋਖ ਸਿੰਘ ਜੀ ਨੇ ਲਿਖਣਾ ਕੀਤੀ ਹੈ। ਆਪਾਂ ਭਾਈ ਉਹ ਵਿਚਾਰਾਂ ਕੀਤੀਆਂ ਪਿੱਛੇ, ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਤੇ ਸੁਸ਼ੋਭਤ ਕਰ ਫਿਰ ਸੰਗਤਾਂ ਨੂੰ, ਬਾਬਾ ਮੋਹਰੀ ਜੀ ਤੋਂ ਲੈ ਕੇ ਸਭ ਸੰਗਤ ਨੇ ਮਹਾਰਾਜ ਨੂੰ ਪਾਤਸ਼ਾਹ ਜਾਣ ਸੀਸ ਝੁਕਾਏ। ਫਿਰ ਪਾਤਸ਼ਾਹ ਜੀ ਨੇ ਸਾਰੀ ਸੰਗਤ ਦਾ ਜੋੜ ਮੇਲਾ ਕਰ, ਜਿਵੇਂ ਮਹਾਰਾਜ ਪਾਤਸ਼ਾਹ ਜੀ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਅੰਦਰ ਅਭੇਦ ਹੋਏ। ਅਤੇ ਜਿਸ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਦੇ 5 ਭੌਤਿਕ ਸਰੀਰ ਦੇ ਸੰਸਕਾਰ, ਆਪਾਂ ਉਹ ਸਾਰੀ ਪਾਵਨ ਗੁਰ ਇਤਿਹਾਸ ਦੀ ਵਿਚਾਰ ਸ਼ਰਵਣ ਕੀਤੀ ਹੈ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਵਡਿਆਈਆਂ ਵਿਚਾਰੋ ਭਾਈ। ਇਹ ਉਸ ਗੁਰੂ ਕੇ ਸਿੱਖ ਮਹਾਨ ਪਰ ਉਪਕਾਰੀ ਰੂਹ ਦਾ ਇਹ ਉਪਕਾਰ ਹੈ ਵੀ ਮਾਨੋ ਦੇਸ ਕਾਲ ਵਸਤੂ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ। ਇਸ ਤੋਂ ਅੱਗੇ ਤੀਸਰੀ ਰਾਸ, ਦੂਸਰੀ ਰਾਸ ਅੰਦਰ ਕਵੀ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਉਚਾਰਨ ਕਰਦੇ ਹੈ, ਆਪਾਂ ਮਨ ਦੀਆਂ ਬਿਰਤੀਆਂ ਇਕਾਗਰ ਕਰ। ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਅਰਦਾਸ ਕਰਦੇ ਹੋਏ, ਪਾਤਸ਼ਾਹ ਇਹ ਰਾਸ ਆਪ ਸਹਾਈ ਹੋ, ਸੰਪੰਨ ਕਰਾਇਓ। ਆਪਣਾ ਜਸ ਬਖਸ਼ਿਓ, ਆਪਣੀ ਵਡਿਆਈ ਬਖਸ਼ਿਓ, ਭੁੱਲਾਂ ਬਖਸ਼ਿਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲ ਕੀਤਾ ਇੱਕ ਅਦਵੈਤ ਸਰੂਪ ਓੰਕਾਰ ਸਮੂਹ ਹੁੰਦਾ, ਪ੍ਰਕਾਸ਼ਕ ਸਤ ਨਾਸ਼ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਐਸੇ ਇੱਕ ਓੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ। ਇਹ ਗੁਰੂ ਕੇ ਸਿੱਖ ਦੀ ਮਰਜ਼ਾਦਾ ਹੈ। ਗੁਰੂ ਕੇ ਸਿੱਖ ਨੇ ਜਦੋਂ ਕਿਤੇ ਚਿੱਠੀ ਪੱਤਰ ਲਿਖਣਾ, ਉੱਥੇ ਭਾਈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾਚਰਨ ਉਚਾਰਨ ਕਰਨਾ ਹੈ। ਅਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ। ਅਥ ਹੁਣ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਦੂਸਰੀ ਰਾਸ ਲਿਖਿਆ, ਤੇ ਦੂਸਰੀ ਰਾਸ ਕਵੀ ਸੰਤੋਖ ਸਿੰਘ ਜੀ ਲਿਖਣ ਲੱਗੇ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਭਾਈ ਸਾਹਿਬ ਗੁਰੂ ਕਲੰਗੀਧਰ ਦਸ਼ਮੇਸ਼ ਪਿਤਾ ਜੀ ਕੀ ਅੰਮ੍ਰਿਤ ਪਾਵਨ ਗੁਰਬਾਣੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਕਵੀ ਸੰਤੋਖ ਸਿੰਘ ਜੀ ਦੇ ਟਾਈਮ ਤੱਕ ਇੰਨੇ ਜਦੋਂ ਵਿਦਵਾਨ ਸਨ ਪੰਥ ਅੰਦਰ, ਉਦੋਂ ਉਹ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੀ ਪੂਜਾ ਪ੍ਰਤਿਸ਼ਠਾ, ਗੁਰੂ ਦੀ ਬਾਣੀ ਜਾਣ ਕੇ ਅਦਬ ਰੱਖਿਆ ਕਰਦੇ ਸੀ। ਕੋਈ ਕਿੰਤੂ ਪਰੰਤੂ ਨਹੀਂ ਕਰਦਾ ਸੀ। ਇਹ ਮੰਗਲਾਂ ਤੋਂ ਸਿੱਧ ਹੁੰਦਾ ਹੈ। ਕਵੀ ਸੰਤੋਖ ਸਿੰਘ ਜੀ ਨੇ ਪਹਿਲਾ ਮੰਗਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੀਤਾ ਹੈ, ਤੇ ਦੂਸਰਾ ਮੰਗਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦਾ ਮੰਗਲ ਹੈ ਇਹ ਦੂਸਰਾ। ਜਦੋਂ ਅੰਗਰੇਜ਼ਾਂ ਨੇ ਵੇਖਿਆ ਨਾ, ਫੇਰੂਮਾਨ ਮੁੱਦਕੀ, ਚੇਲਿਆਂ ਵਾਲੀ, ਜੋ ਵੀ ਇਹ ਜੰਗ ਹੋਏ, ਸ਼ਾਹ ਮੁਹੰਮਦਾ ਸਿੰਘਾਂ ਗੋਰਿਆਂ ਦੇ ਨਿੰਬੂਆਂ ਵਾਂਗੂ ਕਹਿੰਦੇ ਮੂੰਹ ਨਿਚੋੜਤੇ ਮੈਦਾਨੇ ਜੰਗ ਦੇ ਵਿੱਚ। ਗੋਰਾ ਆਪ ਲਿਖਦਾ ਹੈ ਆਪਣੀ ਤਵਾਰੀਖ ਅੰਦਰ, ਕਹਿੰਦਾ ਅਸੀਂ ਹਾਰ ਮੰਨਣ ਵਾਲੇ ਹੀ ਸੀ ਕਿ ਇਹਨਾਂ ਦੇ ਗਦਾਰਾਂ ਨੇ, ਇਹਨਾਂ ਦੀ ਕੁਛ ਚੰਦ ਬੰਦਿਆਂ ਦੀ ਗਦਾਰੀ ਸਾਡੇ ਰਾਸ ਆ ਗਈ। ਫਿਰ ਉਹਨਾਂ ਨੇ ਪੈਨਲ ਤਿਆਰ ਕੀਤਾ ਵੀ ਕਿਹੜੀ ਐਸੀ ਸਪਿਰਿਟ ਹੈ, ਕਿਹੜੀ ਇਹੋ ਜਿਹੀ ਇਹਨਾਂ ਦੇ ਵਿੱਚ ਐਸੀ ਕੋਈ ਸਮਰੱਥ ਹੈ ਜਿਸ ਨੂੰ ਪਾ ਕੇ ਇਹ ਐਸੇ ਸਿਰ ਤੇ ਖੱਫਣ ਬੰਨ੍ਹ ਲੈਂਦੇ ਆ, ਮੌਤ ਤੋਂ ਇਹਨਾਂ ਨੂੰ ਡਰ ਹੀ ਨਹੀਂ ਲੱਗਦਾ। ਗੋਰਿਆਂ ਨੇ ਵੇਖਿਆ ਸੀ ਮੈਦਾਨੇ ਜੰਗ ਅੰਦਰ ਸਿੰਘਾਂ ਦੇ ਹੱਥ, ਅੱਜ ਤਾਈਂ ਸਾਡੇ ਅੱਗੇ ਕੋਈ ਨਹੀਂ ਅੜ ਸਕਿਆ, ਪਰ ਇਹ ਕੌਣ ਹੈ? ਫਿਰ ਉਹਨਾਂ ਨੇ ਸਭ ਰਿਪੋਰਟ ਤਿਆਰ ਕੀਤੀ। ਜਦੋਂ ਇਹ ਪਤਾ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ 10ਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਇਹ ਆਤਮ ਗਿਆਨ ਹੈ ਪਾਤਸ਼ਾਹ ਜੀ, ਤੇ ਖਾਲਸੇ ਨੂੰ ਆਪਣਾ ਸਰੂਪ ਬਖਸ਼ਿਆ ਗੁਰੂ ਕਲਗੀਧਰ ਪਿਤਾ ਜੀ ਨੇ। ਖਾਲਸਾ ਇਸ ਤਰ੍ਹਾਂ ਦੇ ਨਾਮ ਲੈਂਦਾ ਸੋਹਣਾ ਲੱਗਦਾ ਖਾਲਸਾ, ਕਿਉਂਕਿ ਖਾਲਸੇ ਦਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ। ਇਸ ਕਰਕੇ ਉਹਨਾਂ ਨੇ ਇਹਨੂੰ ਨਿਖੜਵਾਂ ਕਰਨ ਵਾਸਤੇ ਉਦੋਂ ਫਿਰ ਵਿਦਵਾਨ ਖਰੀਦੇ ਪੰਥ ਵਿੱਚੋਂ, ਜਿਨ੍ਹਾਂ ਨੂੰ ਮਨ ਮੰਗੀ ਦੌਲਤ ਸੋਹਰਤ ਦੇ ਕੇ ਕਿ ਤੁਸੀਂ 10ਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁੱਧ ਲਿਖੋ, ਵਿਰੁੱਧ ਬੋਲੋ, ਵਿਸ਼ਵਾਸ ਖਤਮ ਕਰ ਦਿਓ 10ਵੇਂ ਗੁਰੂ ਗ੍ਰੰਥ ਸਾਹਿਬ ਜੀ ਤੋਂ, ਜਿਸ ਨੂੰ ਪੜ੍ਹ ਕੇ ਇਹਨਾਂ ਅੰਦਰ ਐਸੀ ਵੀਰਤਾ ਆਉਂਦੀ ਹੈ। ਉਦੋਂ ਤੋਂ ਇਹ ਭਾਈ ਆਰੰਭਤਾ ਹੋਈ ਹੈ ਤੇ ਅੱਜ ਤੱਕ ਨਿਰੰਤਰ ਜਾਰੀ ਹੈ ਸ੍ਰੀ ਗੁਰੂ ਗ੍ਰੰਥ 10ਵੇਂ ਗ੍ਰੰਥ ਸਾਹਿਬ ਪਾਤਸ਼ਾਹ ਵੱਲ। ਪਰ ਕਵੀ ਸੰਤੋਖ ਸਿੰਘ ਜੀ ਨੇ, ਜਦੋਂ ਕਵੀ ਸੰਤੋਖ ਸਿੰਘ ਜੀ ਵਰਗੇ ਗੁਰਮੁਖ ਸਨ, ਵਿਦਵਾਨ ਸਨ ਪੰਥ ਅੰਦਰ, ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੇ ਸ੍ਰੀ ਗੁਰੂ 10ਵੇਂ ਗ੍ਰੰਥ ਸਾਹਿਬ ਜੀ ਅਦਬ ਰੱਖਿਆ ਕਰਦਾ ਸੀ ਪੰਥ, ਪੂਜਾ ਪ੍ਰਤਿਸ਼ਠਾ ਕਰਿਆ ਕਰਦਾ ਸੀ ਪੰਥ, ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਕਾਸ਼ ਹੁੰਦਾ ਰਿਹਾ। ਇਸ ਵਾਸਤੇ ਇਹ ਦੋਵੇਂ ਮੰਗਲ ਇਹ ਸਿੱਧ ਕਰਦੇ ਹੈ ਕਿ ਕਵੀ ਸੰਤੋਖ ਸਿੰਘ ਜੀ ਟਾਈਮ ਦੋਵੇਂ ਪਾਤਸ਼ਾਹੀਆਂ ਦਾ, ਆਦਿ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੇ ਜਿਹੜਾ ਸ੍ਰੀ ਗੁਰੂ 10ਵੇਂ ਗ੍ਰੰਥ ਸਾਹਿਬ ਹੈ, ਗੁਰੂ ਦੀ ਬਾਣੀ ਜਾਣ ਕੇ ਓਨਾ ਹੀ ਸਤਿਕਾਰ ਹੈ ਸਿੱਖ ਦੇ ਮਨ ਅੰਦਰ। ਇਸੇ ਵਾਸਤੇ ਅਖੰਡ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਅਰਦਾਸ 10ਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ, ਅੰਮ੍ਰਿਤ ਤਿਆਰ ਕਰਨ ਟਾਈਮ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਅਖੀਰ ਆਨੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਜਾਪ ਸਾਹਿਬ ਤੋਂ ਪ੍ਰਸਾਦ ਸਵਈਏ ਚੌਪਈ ਸਾਹਿਬ ਸ੍ਰੀ ਗੁਰੂ 10ਵੇਂ ਗ੍ਰੰਥ ਸਾਹਿਬ ਜੀ ਦੀ ਅਭੇਦਤਾ ਦਰਸਾਈ ਹੈ। ਫਰਕ ਨਹੀਂ ਪਾਈ ਪੰਥ ਅੰਦਰ, ਗ੍ਰੰਥ ਅੰਦਰ, ਗੁਰਬਾਣੀ ਅੰਦਰ ਅਭੇਦਤਾ ਦਰਜ ਕਰਾਈ ਹੈ ਮਹਾਰਾਜ ਪਾਤਸ਼ਾਹ ਜੀ ਨੇ ਪੰਥ ਨੂੰ। ਹੁਣ ਇਦੋਂ ਅੱਗੇ ਮਹਾਰਾਜ ਕੀ ਕਹਿ ਜਾਂਦੇ ਭਾਈ, ਇਦੋਂ ਅੱਗੇ ਮਹਾਰਾਜ ਕੀ ਕਹਿ ਜਾਂਦੇ? ਅਭੇਦਤਾ ਸਿੱਖ ਲਈ ਤਾਂ ਭਾਈ ਸਾਰੇ ਹੀ ਗੁਰੂ ਦਾ ਕਾਫੀ ਹੈ। ਸਿੱਖ ਮਿੰਨਤਾਂ ਕਰਾਵੇ, ਸਿੱਖ ਲਈ ਤਾਂ ਸਾਰਾ ਕਾਫੀ ਹੁੰਦਾ ਕਿ ਗੁਰੂ ਦਾ ਸਾਰਾ ਕੀ ਹੈ। ਗੁਰ ਕਹਿਆ ਸਾਕਾਰ ਕਮਾਵੋ। ਇਸ ਵਾਸਤੇ ਉਦੋਂ ਦੋਵੇਂ ਮੰਗਲ ਪੰਥ ਅੰਦਰ ਪ੍ਰਚਲਿਤ ਸਨ, ਜਿਸ ਕਰਕੇ ਕਵੀ ਜੀ ਕਹਿੰਦੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਫਤਿਹ ਆ ਭਾਈ ਹਮੇਸ਼ਾ। ਹਾਂਜੀ। ਸਵਈਆ ਹਾਨੀ ਗਣ ਬਿਗਨੋ ਸੁਖਦਾਨੀ। ਹਾਨੀ ਗਣ ਬਿਗਨੋ ਸੁਖਦਾਨੀ। ਭਾਈ ਹਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਕੀਤਾ ਕਵੀ ਸੰਤੋਖ ਸਿੰਘ ਜੀ ਨੇ। 10 ਪਾਤਸ਼ਾਹੀਆਂ ਦੇ ਮੰਗਲ, ਜਦੋਂ ਵੀ ਕਵੀ ਸੰਤੋਖ ਸਿੰਘ ਜੀ ਨੇ ਰਾਸ ਬਦਲੀ ਹੈ, 10 ਪਾਤਸ਼ਾਹੀਆਂ ਜੀ ਕੇ ਮੰਗਲ ਕੀਤੇ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਮੰਗਲ ਆਪਾਂ ਵਿਚਾਰ ਰਹੇ ਹਾਂ ਇੱਥੇ। ਹਾਨੀ ਗਨ ਬਿਗਨ ਹੋ ਭਾਈ, ਸਮੂਹ ਬਿਗਨਾਂ ਨੂੰ ਹਾਨੀ ਨਾਸ਼ ਕਰਨ ਵਾਲੀ ਹੈ ਤੇ ਸੁੱਖਾਂ ਨੂੰ ਦਾਨੀ ਦੇਣ ਵਾਲੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ ਜੋ ਗੁਰਬਾਣੀ ਹੈ। ਦਾਨੀ ਸਹਿ ਸਰਾਹੇ ਸਮਾਨੀ। ਦਾਨੀ ਜਿਸਾ ਸਰਾਹੇ ਸਮਾਨੀ। ਭਾਈ ਦਾਨੀ ਜਿਹੜੇ ਦਾਨੇ ਪੁਰਸ਼ ਹੈ, ਜਿਹੜੇ ਸਮਝਦਾਰ ਗੁਣੀ ਗਿਆਨੀ ਲੋਕ ਹੈ, ਜਿਸ ਸਲਾਹੇ ਜਿਸ ਗੁਰਬਾਣੀ ਨੂੰ ਸਲਾਹੁੰਦੇ ਹੈ। ਅੰਗਰੇਜ਼ਾਂ ਦੇ ਵਿਦਵਾਨ ਵੀ ਗੁਰਬਾਣੀ ਨੂੰ ਸਲਾਹੁੰਦੇ ਹੈ। ਪਾਦਰ ਲੋਕ ਕੌਣ ਨਹੀਂ ਭਾਈ ਸਲਾਹ ਰਿਹਾ ਗੁਰਬਾਣੀ ਨੂੰ ਅੱਜ। ਇਸ ਕਰਕੇ ਦਾਨੀ ਜਿਸ ਹੈ ਸਰਾਹੇ ਸਮਾਨੀ। ਦਾਨ ਸੰਬੰਧ ਲੋਕ ਜਿਸ ਨੂੰ ਸਰਾਹੇ ਸਾਮਾਨੀ ਸਲਾਹੁੰਦੇ ਆ। ਸਾਮਾਨੀ ਕਹੀਏ ਸਹਿਤ ਮਾਨਦੇ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਾਨੀ ਤੀਨ ਲੋਕ ਸਰਬਾਨੀ। ਮਾਨੀ ਤੀਨ ਲੋਕ ਸਰਬਾਨੀ। ਮਾਨੀ ਮੰਨੀ ਹੈ ਭਾਈ ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਈਨ, ਸ਼ਬਦ ਦਾ ਡੰਕਾ। ਮਾਨੀ ਤੀਨ ਲੋਕ, ਤਿੰਨਾਂ ਲੋਕਾਂ ਦੇ ਵਿੱਚ ਮੰਨੀ ਜਾਂਦੀ ਹੈ। ਇਹਨੂੰ ਬ੍ਰਹਮਾ ਵੀ ਮੰਨਦਾ ਹੈ, ਵਿਸ਼ਨੂੰ ਵੀ ਪੂਜਦਾ ਹੈ, ਸ਼ਿਵ ਜੀ ਵੀ ਭਾਈ ਅਦਬ ਰੱਖਦਾ ਹੈ। ਔਰ ਉਦੋਂ ਤੋਂ ਰੱਖਦਾ ਹੈ ਜਦੋਂ ਸਵਾ ਮਨ ਜੰਜੂ ਲੈਣ ਲੱਗ ਗਏ ਤੇ ਸਾਰੇ ਸੋਮਨਾਥ ਮੰਦਿਰ ਵਿੱਚ ਇਕੱਠੇ ਹੋ ਗਏ। ਕਹਿੰਦੇ ਐ ਸ਼ਿਵ ਭਗਵਾਨ, ਜਿੰਨਾ ਚਿਰ ਤੂੰ ਪ੍ਰਗਟ ਹੋ ਕੇ ਰੱਖਿਆ ਨਹੀਂ ਕਰਦਾ ਉਨਾ ਚਿਰ ਅਸੀਂ ਨਹੀਂ ਅੰਨ ਜਲ ਖਾਂਦੇ, ਭੁੱਖੇ ਮਰਾਂਗੇ। ਲੱਗ ਪਏ ਬੰਮ ਬੰਮ ਭੋਲੇ ਕਰਨ। ਕਹਿੰਦੇ ਰਾਤ ਨੂੰ ਉਹਨਾਂ ਨੂੰ ਭਾਈ ਜਦੋਂ ਅੰਮ੍ਰਿਤ ਵੇਲੇ ਉੱਠੇ ਇੱਕ ਚਿੱਠੀ ਮਿਲੀ, ਜਿਸ ਵਿੱਚ ਲਿਖਿਆ ਸੀ ਕਿ ਹੁਣ ਤੁਹਾਡੀ ਲਾਜ ਰੱਖਣ ਵਾਲਾ ਪੂਰਾ ਪੁਰਖ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੈ। ਇਹ ਇਸ ਇਤਿਹਾਸ ਵਿੱਚ ਲਿਖਿਆ, ਬਹੁਤ ਇਤਿਹਾਸਾਂ ਦੇ ਵਿੱਚ। ਉਹ ਫਿਰ ਚੱਲ ਕੇ ਕਿ ਹੁਣ ਸਾਡੀ ਲਾਜ ਬਾਹੇ ਸਾਡੀ ਪਕੜੀਆ ਗੁਰ ਹਰਗੋਬਿੰਦ ਕੇ ਨੰਦ। ਉਸ ਸ਼ਿਵ ਦੁਆਲੇ ਤੋਂ ਭਾਈ ਇਹ ਚਿੱਠੀ ਪੈਦਾ ਹੋਈ, ਪ੍ਰਗਟ ਹੋਈ ਕਿ ਹੁਣ ਸਾਡੇ ਵਿੱਚ ਵੀ ਸਮਰੱਥਾ ਨਹੀਂ ਹੈ ਕੋਈ। ਹੁਣ ਤਾਂ ਗੁਰੂ ਨਾਨਕ ਦਾ ਸਰਬ ਕਲਾ ਸਮਰੱਥ ਦਰ ਹੈ, ਜਿਹੜਾ ਮੀਰੀ ਪੀਰੀ ਦਾ ਧਾਰਨੀ ਹੈ, ਜਿਹੜਾ ਦੇਗ ਤੇਗ ਦਾ ਧਨੀ ਹੈ। ਦੇਗ ਤੇਗ ਜੱਗ ਮੈਂ ਦੋ ਚੱਲੇ, ਉਦੋਂ ਤੋਂ ਅੱਜ ਤਾਈਂ ਡਾਂਕੇ ਵੱਜੀ ਜਾਂਦੇ ਆ। ਕਰੋਨਾ ਅੱਜ ਹੋਈ ਪਈ ਆ ਤੇ ਉੱਥੇ ਭਾਈ ਗੁਰੂ ਕੇ ਖਾਲਸੇ ਦਾ ਬੋਲਬਾਲਾ ਪਤਾ ਲੱਗ ਰਿਹਾ ਅੱਜ ਵੀ। ਕਿਉਂਕਿ ਜ਼ੁਲਮ ਕਰਨਾ ਵੀ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ, ਤੇ ਖਾਲਸਾ ਮੈਦਾਨ ਛੱਡਦਾ ਵੀ ਚੰਗਾ ਨਹੀਂ ਲੱਗਦਾ। ਖਾਲਸੇ ਦਾ ਤਾਂ ਧਰਮ ਹੈ। ਕਹਿੰਦੇ ਮਹਾਰਾਜ ਤੋਂ ਮੰਗੇ, ਮਹਾਰਾਜ ਕਹਿੰਦੇ ਮੰਗੋ ਕੀ ਮੰਗਦੇ ਹੋ? ਕਹਿੰਦੇ ਜਾਤ ਗੋਤ ਸਿੰਘਨ ਕੀ ਦੰਗਾ। ਬਸ ਮਹਾਰਾਜ ਸਾਡੀ ਤਾਂ ਪਹਿਚਾਣ ਜੀ ਰੱਖਿਓ, ਉਸ ਟਾਈਮ ਅਸੀਂ ਭਗੌੜੇ ਨਾ ਹੋਈਏ, ਠਹਿਰ ਜਗੇ ਮੈਦਾਨੇ ਜੰਗ ਅੰਦਰ, ਉਦੋਂ ਮਰਨ ਦਾ ਚਾਅ ਜਾ ਪੈਦਾ ਕਰ ਦਿਓ। ਇਸ ਵਾਸਤੇ ਐਸਾ ਜੋ ਦਰ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਾਤਸ਼ਾਹ ਜੀ ਦਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ, ਉਸ ਦਰ ਦੀ ਓਟ ਤੱਕੀ ਸੀ ਸਭ ਨੇ ਉਦੋਂ ਵੀ ਕਿ ਭਾਈ ਜਾਓ ਉੱਥੇ ਤੇ ਲਾਜ ਰਹੇਗੀ ਭਾਈ। ਇਸ ਵਾਸਤੇ ਪਾਤਸ਼ਾਹ ਜੀ ਕਹਿੰਦੇ ਮਾਨੀ ਤੀਨ ਲੋਕ। ਬ੍ਰਹਮ ਲੋਕ ਵੀ ਮੰਨਦਾ ਹੈ, ਸ਼ਿਵ ਲੋਕ ਵੀ ਮੰਨਦਾ ਹੈ, ਤੇ ਸ਼ਿਵ ਲੋਕ ਵੀ ਮੰਨਦਾ ਹੈ। ਤੇ ਸਾਡੇ ਵਾਲੇ ਭਾਈ ਵਿੱਚ ਭਗੌੜੇ ਹੋ ਜਾਂਦੇ ਹੈ। ਜਦ ਵੀ ਹੋ ਗਈ ਮਹਾਰਾਜ ਪਾਤਸ਼ਾਹ ਜੀ ਦੀ, ਭਗੌੜੇ ਹੀ ਹੈ ਸਾਰੇ। ਸਰਬ ਕਲਾ ਸਮਰੱਥ ਸਭੇ ਸਾਂਝੀ ਬਾਲ ਸਦਾਇਣ ਦੇ ਆਤਮਾ ਦੀ ਆਵਾਜ਼ ਹੈ ਇਹ, ਗੁਰੂ ਦੀ ਆਤਮਾ ਦੀ। ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਸਭ ਦੇ ਸੱਜਣ ਦੀ ਆਵਾਜ਼ ਹੈ ਇਹ। ਤੇਰੇ ਭਾਣੇ ਸਰਬੱਤ ਦਾ ਭਲਾ, ਉਸ ਦਰ ਦੀ ਆਵਾਜ਼ ਹੈ ਇਹ। ਉਹਨੂੰ ਭਾਈ ਜਿਹਦੇ 'ਚ ਕੋਈ ਵਿਤਕਰਾ ਹੀ ਹੈ ਨਹੀਂ। ਹੈ ਵਿਤਕਰੇ ਗ੍ਰੰਥਾਂ ਦੇ ਵਿੱਚ, ਪਰ ਵਿਤਕਰਾ ਹੀ ਕੋਈ ਨਹੀਂ। ਇੱਥੇ ਰਾਮ ਰਾਮ ਦੀ ਆਵਾਜ਼ ਵੀ ਆਈ ਜਾਂਦੀ ਹੈ, ਇੱਥੇ ਅੱਲਾ ਅੱਲਾ ਦੀ ਆਵਾਜ਼ ਵੀ ਆਈ ਜਾਂਦੀ ਹੈ। ਇੱਥੇ ਵਿਤਕਰਾ ਹੀ ਨਹੀਂ ਹੈ ਕੋਈ। ਜਿੱਥੇ ਵਿਤਕਰਾ ਹੀ ਕੋਈ ਨਹੀਂ, ਉਹ ਇਹੋ ਜਿਹੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋ ਜਾਏ, ਫਿਰ ਕਰੋਨਾ ਨਹੀਂ ਆਊ ਤਾਂ ਹੋਰ ਕੀ ਆਊਗਾ। ਐਡੇ ਸਾਂਝੇ ਸਰਬ ਕਲਾ ਸਮਰੱਥ, ਐਸੇ ਸਾਂਝੇ ਜਿਹਨੂੰ ਦਸੇ ਪਾਤਸ਼ਾਹੀ ਨੇ ਸੀਸ ਝੁਕਾਇਆ। ਨਾਸਾ ਵਰਗੇ ਵਿਗਿਆਨੀ ਜਿਸ ਸੋਚ ਨੂੰ ਅੱਜ ਨਮਸਕਾਰਾਂ ਕਰੀ ਜਾਂਦੇ ਹੈ, ਉਹਦੀ ਦੁਰਦਸ਼ਾ ਉਸ ਸੱਭਿਆਚਾਰੀ ਮੁਲਕ ਦੇ ਵਿੱਚ ਹੋ ਜਾਏ, ਸੰਸਕਾਰੀ ਮੁਲਕ ਦੇ ਵਿੱਚ ਉਹਦੀ ਬੇਅਦਬੀ ਹੋ ਜਾਏ, ਜਿੱਥੇ ਨਾ ਕੁਰਾਨ ਦੀ
ਨਾ ਪੁਰਾਣ ਦੀ, ਨਾ ਗੀਤਾ ਦੀ, ਨਾ ਬਾਈਬਲ ਦੀ, ਕਦੇ ਬੇਅਦਬੀ ਨਹੀਂ ਹੋਣੀ ਚਾਹੀਦੀ। ਐਸਾ ਸੰਸਕਾਰੀ ਦੇਸ਼ ਆ ਸਾਡਾ, ਇਹ ਭਾਰਤ ਨੂੰ ਐਂ ਮੰਨਿਆ ਸੀ। ਪਰ ਗੁਰਬਾਣੀ ਦੀ ਉੱਥੇ ਬੇਅਦਬੀ, ਤੇ ਫਿਰ ਭਾਈ ਇਹੋ ਜਿਹੀਆਂ ਅਲਾਮਤਾਂ ਆਉਂਦੀਆਂ। ਤੇ ਜਦੋਂ ਕੋਈ ਮੰਨਣ ਪੂਜਣ ਲੱਗ ਜਾਂਦਾ ਬਸ ਭਾਈ, ਫਿਰ ਜਦੋਂ ਐਂ ਹੋਣ ਲੱਗ ਜਾਂਦੀ ਹੈ ਨਾ ਆਵਾਜ਼ ਵੀ ਗੁਰੂ ਘਰ ਤੇ ਸਿੱਖ ਹਰ ਦੇਸ਼ ਵਿੱਚ ਚਾਹੀਦੇ ਹੈ। ਕਿਉਂ ਚਾਹੀਦੇ ਹੈ? ਕਹਿੰਦੇ ਮੁਗਲ ਕਹਿੰਦੇ ਹੁੰਦੇ ਸੀ ਕਿ ਸਿੱਖ ਆਟੇ 'ਚ ਲੂਣ ਹੈ, ਤੇ ਲੂਣ ਦੀ ਮਰਜ਼ਾਦਾ ਭਾਈ ਲੂਣ ਹਿਸਾਬ ਦਾ ਹੁੰਦਾ, ਤੇ ਹਰ ਦੇਸ਼ 'ਚ ਹਰ ਸਵਾਦ 'ਚ ਚਾਹੀਦਾ, ਹਰ ਚੀਜ਼ 'ਚ ਚਾਹੀਦਾ। ਇਸ ਕਰਕੇ ਸਭ ਦੀ ਜ਼ੁਬਾਨ 'ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਵਡਿਆਈਆਂ। ਇਸ ਕਰਕੇ ਭਾਈ ਮਾਨੀ ਤੀਨ ਲੋਕ ਸਰਬਾਨੀ, ਮੰਨ ਕੀ ਛੁਟਕਾਰਾ ਹੋਣਾ। ਇਹਨੂੰ ਤਿੰਨੇ ਲੋਕਾਂ ਨੇ ਮੰਨਿਆ, ਸਰਬਾਨੀ ਸਭ ਨੇ ਮੰਨਿਆ ਭਾਈ ਵੀ ਬਾਣੀ ਗੁਰੂ, ਗੁਰੂ ਹੈ ਬਾਣੀ, ਚੌਂ ਯੁੱਗਾਂ ਦਾ ਨਵੇੜਾ ਕਰਨ ਵਾਲੇ ਸਤਿਗੁਰੂ ਗ੍ਰੰਥ ਸਾਹਿਬ ਜੀ ਹੈ। ਹਾਂਜੀ, ਬਾਣੀ ਸਿਮਰ ਸੁਮਤ ਮਹਾਨੀ। ਇਸ ਵਾਸਤੇ ਪਾਤਸ਼ਾਹ ਜੀ ਕਹਿੰਦੇ ਬਾਣੀ ਸਿਮਰ ਬਾਣੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਬਾਣੀ ਸਿਮਰ, ਐਵੇਂ ਨਾ ਲੜਾਈ ਝਗੜੇ ਭਾਈ, ਤੂੰ ਬਾਣੀ ਸਿਮਰ, ਗੁਰੂ ਦੀ ਬਾਣੀ। ਸੁਖਮਣੀ ਪੜ੍ਹ, ਜਪਜੀ ਸਾਹਿਬ ਪੜ੍ਹ, ਅਖੰਡ ਪਾਠ ਕਰ, ਸਹਿਜ ਪਾਠ ਕਰ, ਕੋਈ ਵਾਹਿਗੁਰੂ ਵਾਹਿਗੁਰੂ ਜਪ, ਬਾਣੀ ਪੜ੍ਹ। ਸੁਮਤ ਮਹਾਨੀ, ਜਿਹੜੀ ਮਹਾਨ ਸੁਮਤ ਦੇਣ ਵਾਲੀ ਹੈ, ਜਿਹਦੇ ਵਿੱਚ ਭਾਈ ਮਹਾਨ ਸ੍ਰੇਸ਼ਟ ਮੱਤ ਹੈ, ਐਸੀ ਗੁਰਬਾਣੀ ਪੜ੍ਹ। ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਡਿਆਈ ਕੀਤੀ ਹੈ। ਚੌਪਈ ਸਾਰਦ ਬਰਦਾ ਸੁਮਤ ਵਿਸਾਰਦ। ਇਸ ਵਾਸਤੇ ਹੁਣ ਆਰੰਭਤਾ ਕਰ ਰਹੇ ਹੈ ਕਵੀ ਸੰਤੋਖ ਸਿੰਘ ਜੀ। ਹਾਂਜੀ, ਨਰਾਜ ਛੰਦ ਸੋ ਰਾਮ ਰਾਮ ਨਾਮ ਹੈ ਅਭੇਦਤਾ ਲਖਾਈ। ਰਾਮ ਰਾਮ ਨਾਮ ਮੈਂ ਅਭੇਦਤਾ ਲਖਾਈ ਹੈ। ਕਵੀ ਜੀ ਕਹਿੰਦੇ ਭਾਈ ਸਾਹਿਬ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਤਾ ਤੇ ਸੁਸ਼ੋਭਿਤ ਹੋਏ ਹੈ। ਤੇ ਹੁਣ ਭਾਈ ਰਾਮ ਤੇ ਇੱਕ ਰਾਮਚੰਦਰ ਹੋਇਆ ਹੈ, ਇੱਕ ਵਾਹਿਗੁਰੂ ਰਾਮ ਹੈ। ਕਹਿੰਦੇ ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਕਿਹੜਾ ਰਾਮ ਹੈ ਭਾਈ? ਇਸ ਕਰਕੇ ਜਿਹੜੇ ਰਾਮਦਾਸ ਸਤਿਗੁਰੂ ਜੀ ਆ ਉਹਨਾਂ ਦੀ ਗੱਲ ਕੀਤੀ ਹੈ ਕਵੀ ਜੀ ਕਹਿੰਦੇ। ਇਸ ਵਾਸਤੇ ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦੀ ਭੇਦਤਾ ਦੱਸ ਰਹੇ ਹੈ। ਹਾਂਜੀ, ਸੋ ਰਾਮ ਰਾਮ ਨਾਮ ਹੈ ਅਭੇਦਤਾ ਲਖਾਈਏ। ਭਾਈ ਰਮੇ ਰਾਮ ਰਾਮ ਨਾਮ ਦੇ ਵਿੱਚ ਅਭੇਦਤਾ ਲਖਾਈਏ, ਜਣਾਉਣੇ ਆ। ਤਥਾ ਸਰੂਪ ਏਕ ਹੈ ਸੰਦੇਹ ਨਾ ਉਠਾਈਏ। ਤਥਾ ਭਾਈ ਇਹ ਇੱਕ ਹੀ ਰੂਪ ਹੈ ਸਤਿਗੁਰੂ ਰਾਮਦਾਸ ਪਾਤਸ਼ਾਹ ਤੇ ਪਰਮੇਸ਼ਵਰ ਰਾਮ ਵਾਹਿਗੁਰੂ ਹੈ ਜੋ। ਇਸ ਵਾਸਤੇ ਭਾਈ ਕਵੀ ਜੀ ਕਹਿੰਦੇ ਕੋਈ ਇਹਦੇ ਵਿੱਚ ਸ਼ੰਕਾ ਨਾ ਉਠਾਓ, ਕੋਈ ਸ਼ੰਕਾ ਨਾ ਕਰੋ ਭਾਈ, ਇਹ ਉਹੀ ਰਾਮ ਹੈ ਜੋ ਵਾਹਿਗੁਰੂ ਨਿਰਾਕਾਰ ਹੈ। ਮਹੀਪ ਰੂਪ ਹੋਣ ਤੇ ਸੋ ਚੰਦ ਸੰਗ ਭਾਖੀਏ। ਇੱਕ ਭਾਈ ਮਹੀਪ ਰੂਪ ਹੈ ਰਾਜਾ ਰਾਮਚੰਦ, ਤ੍ਰੇਤੇ ਦੇ ਅਵਤਾਰ। ਉਹ ਮਹੀਪ ਕਹੀਏ ਰਾਜੇ ਹੋਣ ਕਰਕੇ ਭਾਈ ਉਹਨਾਂ ਦੇ ਨਾਮ ਨਾਲ ਚੰਦ ਸੰਗਿਆ ਲੱਗਦੀ ਹੈ ਰਾਮਚੰਦ। ਜਨਾਵਤਾਰ ਇਹ ਭਏ ਤੋ ਦਾਸ ਨਾਮ ਆਖੀਏ। ਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਜਨਾ ਅਵਤਾਰ ਹੋਏ ਹੈ ਭਾਈ, ਸਾਡੇ ਦੁਨੀਆ ਦੇ ਅਵਤਾਰ ਹੋਏ ਆ ਸੱਚੇ ਪਾਤਸ਼ਾਹ ਜੀ, ਭਗਤੀ ਦਾ ਅਵਤਾਰ ਹੋਏ ਹੈ ਸੱਚੇ ਪਾਤਸ਼ਾਹ ਜੀ। ਜਿਸ ਕਰਕੇ ਭਗਤੀ ਪਰਮੇਸ਼ਵਰ ਦੀ ਹੈ ਤੇ ਭਗਤੀ ਦਾ ਅਵਤਾਰ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਹੈ। ਜਿਸ ਕਰਕੇ ਭਾਈ ਇਹ ਦਾਸ ਨਾਮ ਆਖੀਏ, ਇਹਨਾਂ ਦੇ ਨਾਮ ਨਾਲ ਦਾਸ ਸ਼ਬਦ ਹੈ। ਸੋਰਠਾ ਭਗਤ ਦੇਹ ਅਵਤਾਰ ਜਾਤੇ। ਤੇ ਭਗਤ ਦੇਹ ਅਵਤਾਰ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਮਾਨੋ ਭਗਤੀ ਨੇ ਹੀ ਆਪਣਾ ਅਵਤਾਰ ਸਰੂਪ ਧਾਰਿਆ ਹੈ। ਰਾਮ ਸੁਦਾਸ ਕਹਿ ਤੇ ਰਾਮ ਸੋ ਦਾਸ ਕਹਿ। ਇਸ ਕਰਕੇ ਰਾਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਦਾਸ, ਕਿਉਂਕਿ ਭਗਤੀ ਵਾਹਿਗੁਰੂ ਦੀ ਹੁੰਦੀ ਹੈ ਤੇ ਜਿਹਦੀ ਭਗਤੀ ਕਰੀਏ ਭਾਈ ਉਹਦੇ ਸਾਰੇ ਦਾਸ ਹੁੰਨੇ ਆ। ਇਹ ਰਾਮ ਵਾਹਿਗੁਰੂ ਭਗਤੀ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਕੀ ਹੈ? ਇਹ ਭਗਤੀ ਸਰੂਪ ਹੈ। ਇਸ ਕਰਕੇ ਉਹ ਭਗਤੀ ਨੇ ਉਸ ਵਾਹਿਗੁਰੂ ਦਾ ਦਾਸ ਸਰੂਪ ਲਿਖਾਇਆ ਆਪਣੇ ਆਪ ਨੂੰ। ਇਸ ਕਰਕੇ ਰਾਮਦਾਸ ਪਾਤਸ਼ਾਹ ਜੀ ਹਨ। ਰਾਜਾ ਰਾਮ ਉਦਾਰ ਤੇ ਰਾਜਾ ਰਾਮ ਉਦਾਰ। ਰਾਜਾ ਰਾਮ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਉਦਾਰ ਸਖੀ ਹੈ, ਦਾਤਾਰ ਹੈ, ਵੱਡਾ ਹੈ। ਰਾਮਚੰਦ ਕਹਿਬੋ ਬਣੈ। ਇਸ ਕਰਕੇ ਭਾਈ ਜਿਹੜਾ ਰਾਮਚੰਦ ਹੈ
ਤ੍ਰੇਤੇ ਦਾ ਅਵਤਾਰ ਉਹ ਭਾਈ ਇਹ ਰਾਮਚੰਦ ਹੀ ਕਹਿਬੋ ਬਣੇ। ਰਾਮਚੰਦਰ ਹੀ ਕਹਿਣਾ ਬਣਦਾ ਉਹਨੂੰ ਤਾਂ, ਜਿਸ ਨੂੰ ਗੁਰੂ ਕਲਗੀਧਰ ਪਿਤਾ ਜੀ ਨੇ ਕਹਿ ਦਿੱਤਾ, ਕਹਾਂ ਭਇਓ ਜੋ ਆਣ ਜਗਤ ਮੈਂ ਦਸਕ ਅਸੁਰ ਹਰ ਘਾਏ, ਅਦਕ ਪ੍ਰਪੰਚ ਦਿਖਾਏ ਸਭਨ ਕਹਿ ਆਪੈ ਬ੍ਰਹਮ ਕਹਾਏ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨਾ ਭਾਈ, 10 ਸਿਰ ਵੱਢ ਕੇ ਕੋਈ ਰਾਮ ਨਹੀਂ ਬਣ ਜਾਂਦਾ, 10 ਸਿਰ ਵੱਢ ਕੇ ਨਹੀਂ ਕੋਈ ਰਾਮ ਬਣ ਜਾਂਦਾ। ਇਸ ਕਰਕੇ ਉਹ ਰਾਮ ਭਾਈ ਰਾਮਚੰਦ ਹੀ ਹੈ, ਤੇ ਰਾਜਾ ਰਾਮਚੰਦ ਅਕਾਲ ਪੁਰਖ ਵਾਹਿਗੁਰੂ ਉਦਾਰ ਹੈ, ਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਭਗਤ ਸਰੂਪ ਹੈ। ਹਾਂਜੀ, ਜੋ ਪਈ ਸ੍ਰੀ ਗੁਰ ਅਮਰਦਾਸ ਕੀ ਪਾਸ਼ੇ, ਸਾਹਿਬ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਵਿੱਚ ਜਿਹੜੇ ਭਾਈ ਉਹ ਤਾਰਿਆਂ ਵਾਂਗੂ ਪ੍ਰਕਾਸ਼ ਰਹੇ ਹੈ ਇਸ ਕਲਯੁਗ ਅੰਦਰ। ਸਭ ਮੈਂ ਸਾਰਿਆਂ ਦੇ ਵਿੱਚ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਏਦਾਂ ਸ਼ੋਭਦੇ ਆ ਜਿਵੇਂ ਚੰਦਰਮਾ ਹੁੰਦਾ ਪੂਰਨਮਾਸੀ ਦਾ। ਜਹ ਕਹਿ ਤੇ ਸੁਣ ਸਿੱਖ ਆਏ, ਜਿੱਥੋਂ ਕਿੱਥੋਂ ਵੀ ਗੁਰੂ ਕੇ ਸਿੱਖ ਸੁਣ ਕੇ ਕਿ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਭਾਈ ਸਮਾ ਗਏ ਆ, ਸਤਿਗੁਰੂ ਰਾਮਦਾਸ ਸਰੂਪ ਹੋ ਗਏ ਆ, ਤੇ ਗੁਰੂ ਕੀਆਂ ਸੰਗਤਾਂ ਜਥੇ ਬੰਨ ਕੇ ਦਰਸ਼ਨ ਕਰਨ ਲਈ ਆਈਆਂ। ਸ੍ਰੀ ਗੁਰ ਅਮਰ ਇਹੀ ਲਖ ਪਾਏ, ਤੇ ਸਾਹਿਬ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸੰਗਤਾਂ ਇਹੀ ਲਖ ਪਾਏ, ਇਹੀ ਜਾਣ ਪਾਉਂਦੀਆਂ ਕਿ ਇਹ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਹੀ ਹਨ। ਸ੍ਰੀ ਨਾਨਕ ਕੀ ਜੋਤ ਵਿਸਾਲਾ, ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਸਾਹਿਬ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵੱਡੀ ਜੋਤ ਹੈ। ਇਨ ਮੈਂ ਦਿਪਤ ਜਾਣਤ ਸਕਾਲਾ, ਇਹਨਾਂ ਦੇ ਵਿੱਚ ਉਹ ਜੋਤ ਹੈ ਜਿਹੜੀ ਭਾਈ ਪ੍ਰਕਾਸ਼ਮਾਨ ਹੋ ਗਈ ਹੈ, ਉਹ ਦਿਪਤ ਕਹੀਏ ਪ੍ਰਕਾਸ਼ ਹੋ ਰਹੀ ਹੈ, ਵਿਸਾਲਾ ਬਹੁਤ ਜ਼ਿਆਦਾ। ਹਾਂਜੀ, ਧਰ ਧਰ ਸਭਨ ਉਪਾਇਨ ਬੰਦੇ, ਸਾਰੀਆਂ ਸੰਗਤਾਂ ਜੋ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਆਈਆਂ ਉਹਨਾਂ ਨੇ ਪਿਟਾਵਾਂ ਰੱਖ ਕੇ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਤੇ ਸੀਸ ਰੱਖੇ ਆ। ਦੇਖ ਸਰੂਪ ਸੁਭਾਉ ਆਨੰਦੇ, ਦੇਖ ਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸੁੰਦਰ ਸਰੂਪ ਤੇ ਸੁੰਦਰ ਸੁਭਾਅ ਆਨੰਦਿਤ ਹੋ ਗਈਆਂ ਗੁਰੂ ਕੀਆਂ ਸੰਗਤਾਂ। 3 ਦਿਨ ਬਿਤੇ ਜਾਨ ਸਮੁਦਾਈ, 3 ਦਿਨ ਬਤੀਤ ਹੋ ਗਏ ਆ ਸਾਹਿਬ ਸਤਿਗੁਰੂ ਰਾਮ ਅਮਰਦਾਸ ਪਾਤਸ਼ਾਹ ਜੀ ਦੇ ਜੋ ਚਿਖਾ ਅਗਨ ਭੇਟ ਕੀਤਿਆਂ। ਜੈ ਸੰਸਕਾਰ ਗਏ ਤਿਸ ਥਾਈ, ਤੇ ਗੁਰੂ ਕੀ ਸੰਗਤ ਭਾਈ ਫਿਰ ਜਿੱਥੇ ਮਹਾਰਾਜ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਹੋਇਆ ਉਹਨਾਂ ਥਾਵਾਂ ਤੇ ਪਹੁੰਚੀਆਂ। ਸਤਿਗੁਰ ਰਾਮਦਾਸ ਹੋਏ ਖਰੇ, ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹ ਜਗ੍ਹਾ ਤੇ ਜਾ ਕੇ ਖੜੇ ਹੋ ਗਏ। ਕਮਲ ਬਿਲੋਚਨ ਜਲ ਸੋ ਭਰੇ, ਕਮਲ ਬਲੋਚਨ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕਮਲ ਵਰਗੇ ਨੇਤਰਾਂ 'ਚ ਜਲ ਆ ਗਿਆ ਉਸ ਟਾਈਮ। ਸੰਗ ਮੋਹਰੀ ਛੋਕ ਉਪਾਵਤ, ਤੇ ਨਾਲ ਧੰਨ ਬਾਬਾ ਮੋਹਰੀ ਸਾਹਿਬ ਜੀ ਹੈ, ਬਾਬਾ ਮੋਹਰੀ ਜੀ ਵੀ ਵੈਰਾਗੀ ਹੋ ਗਏ ਉਸ ਟਾਈਮ। ਮੋਹਨ ਆਦਿਕ ਸੀਸ ਨਵਾਵਤ, ਧੰਨ ਬਾਬਾ ਮੋਹਨ ਜੀ ਨੇ ਵੀ ਆ ਕੇ ਮੱਥਾ ਟੇਕਿਆ ਉਸ ਥਾਂ ਤੇ। ਰਿੱਧ ਨੇ ਸਭ ਸੋਬਾਕ ਉਚਾਰਾ, ਜਦੋਂ ਸਾਰਿਆਂ ਨੇ ਦੇਖਣਾ ਸੋਕਾਤਰ ਬਿਰਤੀਆਂ ਹੋਈਆਂ ਤਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਜੀ ਨੇ ਫਿਰ ਬਚਨ ਆਖਿਆ, ਕਹਿਓ ਗੁਰੂ ਕੋ ਕਹਿਓ ਨਾ ਚਿਤਾਰਾ। ਕਹਿੰਦੇ ਕਿਉਂ ਭਾਈ, ਗੁਰੂ ਮਹਾਰਾਜ ਦਾ ਆਖਿਆ ਨਹੀਂ ਤੁਸੀਂ ਚਿਤਾਰਦੇ ਯਾਦ ਕਰਦੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਹੋਇਆ ਬਾਬਾ ਬੁੱਢਾ ਸਾਹਿਬ ਜੀ ਪਹਿਲੇ, ਉਹਨਾਂ ਨੂੰ ਗੁਰੂ ਮਹਾਰਾਜ ਦਾ ਕੱਲਾ ਬਚਨ ਉਹ ਚੇਤੇ ਸੀ ਤੇ ਉਹ ਕੱਲੇ ਬਚਨ ਦੀ ਕਮਾਈ ਕੀਤੀ ਸੀ ਬਾਬਾ ਜੀ ਨੇ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਵੀ, ਸਤਿਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਮੋਹਰੀ ਮੋਹਨ ਜੀ ਨੂੰ ਵੀ ਕਹਿਣ ਲੱਗੇ ਕਿਉਂ ਭਾਈ ਸ਼ੋਕਾਂਤਰ ਹੋ ਰਹੇ ਹੋ, ਕਿਉਂ ਨਹੀਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਚੇਤੇ ਕਰਦੇ। ਮਹਾਰਾਜ ਦੇ ਬਚਨ ਹੈ ਮਤ ਮੈਂ ਪਿੱਛੇ ਕੋਈ ਰੋਬ ਸੀ, ਭਾਈ ਜਿਹੜਾ ਰੋਬੂਗਾ ਮੈਨੂੰ ਚੰਗਾ ਹੀ ਨਹੀਂ ਲੱਗੂਗਾ। ਹਾਂਜੀ, ਮੇਰੋ ਸ਼ੋਕ ਨਾ ਕਰੋ ਕਦਾਈ, ਕਿ ਮਹਾਰਾਜ ਦੇ ਬਚਨ ਹੈ ਕਿ ਮੇਰਾ ਕਦੇ ਸਿੱਖ ਨੇ ਸੋਗ ਨਹੀਂ ਕਰਨਾ। ਸਿਮਰੋ ਹਰ ਹਰ ਅਨੰਦ ਉਪਾਈ, ਤੇ ਯਾਦ ਕਰਨਾ ਹਰ ਹਰ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ, ਵਾਹਿਗੁਰੂ ਵਾਹਿਗੁਰੂ ਸਿਮਰਨਾ ਭਾਈ ਆਨੰਦ ਪੈਦਾ ਕਰਨਾ। ਫੁੱਲ ਕਨ ਜੋਗ ਨਾ ਬਾਕ ਤੈਨੂੰ ਕਾ, ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਐ ਗੁਰੂ ਕੀ ਸੰਗਤ ਜੀ, ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋ ਬਚਨ ਹੈ ਉਹ ਉਲੰਘਣ ਯੋਗ ਨਹੀਂ, ਤਿਆਗਣ ਯੋਗ ਨਹੀਂ ਹੈ। ਯਾ ਤੇ ਕਰੋ ਨਾ ਕਬ ਮਿਲ ਸ਼ੋਕਾ, ਇਸ ਕਰਕੇ ਮਹਾਰਾਜ ਦਾ ਹੁਕਮ ਮੰਨੋ, ਮਨ ਵਿੱਚ ਸੋਗ ਨਾ ਕਰੋ ਕਿਸੇ ਪ੍ਰਕਾਰ ਦਾ।
ਸੁਣ ਬ੍ਰਿਧ ਕੀਰ ਉਚਿਤ ਸੁਭ ਬੈਨਾ। ਸੁਣ ਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋਗ ਬਚਨ, ਰੋਕਿਓ ਜਲ ਕੋ ਨਿਜ ਨਿਜ ਨੈਨਾ। ਉਹ ਆਪੋ ਆਪਣੇ ਨੇਤਰਾਂ 'ਚ ਹੀ ਜਲ ਰੋਕ ਲਿਆ ਸੰਗਤ ਨੇ। ਬੀਨ ਬੀਨ ਕਰ ਅਸਬ ਸਕੇਲੇ। ਤੇ ਜੋ ਮਰਜ਼ਾਦਾ ਸੀ ਭਾਈ ਚੁਣ ਚੁਣ ਇਹਦਾ ਗੁਰੂ ਕਲਗੀਧਰ ਪਿਤਾ ਪਾਤਸ਼ਾਹ ਜੀ ਨੇ ਫਿਰ ਸਾਰੀ ਮਰਜ਼ਾਦਾ ਕਾਇਮ ਕੀਤੀ ਆ ਦੁਸਹਿਰੇ ਦੀ। ਜਿਵੇਂ ਉਦੋਂ ਪਹਿਲਾਂ 13 ਦਿਨਾਂ ਦੀ ਹੋਰ ਐਸੀਆਂ ਮਰਜ਼ਾਦਾ ਸੀ ਭਾਈ। ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਪੰਥ ਸਿਰਜਤਾ ਨਾ, ਉਦੋਂ ਪੰਥ ਨੂੰ ਸਿਰਜ ਕੇ ਜਦੋਂ ਮਹਾਰਾਜ ਚੱਲਦੇ ਚੱਲਦੇ ਇੱਥੇ ਪਹੁੰਚ ਗਏ ਸ੍ਰੀ ਆਪਣੇ ਦਮਦਮਾ ਸਾਹਿਬ ਗੁਰੂ ਕਾਂਸੀ ਦੀ ਧਰਤੀ ਤੇ, ਉਦੋਂ ਮਹਾਰਾਜ ਦੇ ਨਾਲ ਕੋਈ 48 ਕੁ ਸਿੰਘ ਸੀ ਜਿਹੜੇ ਪੂਰੇ ਸੂਰੇ ਸੀ ਭਾਈ। ਉਸ ਟਾਈਮ ਮਹਾਰਾਜ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਸੀ। ਪਾਤਸ਼ਾਹ ਜੀ ਨੇ ਉੱਥੇ ਆ ਕੇ ਕਹਿੰਦੇ ਲਓ ਭਾਈ ਹੁਣ ਆਪਾਂ ਗੁਰਬਾਣੀ ਗੁਰਮਤਿ ਵਿਚਾਰੀਏ। ਫਿਰ ਉੱਥੇ ਮਹਾਰਾਜ ਪਾਤਸ਼ਾਹ ਜੀ ਨੇ ਅੰਮ੍ਰਿਤ ਗੁਰਬਾਣੀ ਤੇ ਸਾਰਾ ਸਿਧਾਂਤ ਪੰਥ ਨੂੰ ਪਹਿਲਾਂ ਸਿਰਜਿਆ, ਫਿਰ ਪੰਥ ਦੇ ਇਮਤਿਹਾਨ ਲਏ। ਜਦੋਂ ਪੰਥ ਪੂਰਾ ਹੋ ਗਿਆ ਉਹਨਾਂ ਨੂੰ ਐਦਾਂ ਬਿਠਾ ਕੇ ਮਹਾਰਾਜ ਪਾਤਸ਼ਾਹ ਜੀ ਨੇ ਉਹਨਾਂ 'ਚ ਫਿਰ ਵਿਚਾਰ ਕੀਤੀ। ਉਹ ਵਿਚਾਰ ਕਰਕੇ ਉਹਨਾਂ ਨੂੰ 4-5 ਸੰਸਕਾਰ ਬਖਸ਼ੇ, ਜਿਹੜੇ ਸੰਸਕਾਰਾਂ ਦੇ ਵਿੱਚ ਫਿਰ ਜਿਹੜੀ ਮਰਜ਼ਾਦਾ ਪੰਥ ਦੀ ਲਾਗੂ ਹੈ ਹੁਣ ਸਾਰੀ। ਇਹ ਮਹਾਰਾਜ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਨੇ ਪੰਥ ਨਾਲ ਵਿਚਾਰ ਕੇ, ਹਾਲਾਂਕਿ ਸਮਰੱਥ ਸੀ, ਦਾਤੇ ਸੀ, ਹੁਕਮ ਤਾਂ ਪੰਥ ਨੂੰ ਇੱਕ ਕੀਤਾ ਮਹਾਰਾਜ ਪਾਤਸ਼ਾਹ ਜੀ ਨੇ। ਉਹ ਆਖਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਬਾਕੀ ਤਾਂ ਮਹਾਰਾਜ ਉਹ ਸਾਹਿਬ ਮੈਂ ਉਸ ਦਾ ਚੇਰਾ ਬਣ ਕੇ ਰਹੇ ਹੈ ਪੰਥ ਦੇ ਵਿੱਚ। ਇਸ ਵਾਸਤੇ ਸਾਹਿਬ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਸਾਰੀ ਮਰਜ਼ਾਦਾ ਬੰਨੀ ਹੈ। ਉਦੋਂ ਭਾਈ ਇਹ ਮਰਜ਼ਾਦਾ ਐਸੀ ਹੈ 13ਵੇਂ ਦਿਨ ਉਦੋਂ ਮਹਾਰਾਜ ਪਾਤਸ਼ਾਹ ਜੀ ਦਾ ਫਿਰ ਜਦੋਂ ਬਾਣੀ ਪੜ੍ਹੀ ਜਾਂਦੀ ਜਾਂ ਸੰਗਤਾਂ ਦਾ ਜੋੜ ਮੇਲਾ ਕੀਤਾ ਜਾਂਦਾ। ਇਸ ਵਾਸਤੇ ਕਿਉਂਕਿ ਉਦੋਂ ਸਮਰੱਥ ਗੁਰੂ ਪਾਤਸ਼ਾਹ ਜੀ ਸਨ ਜਿਨ੍ਹਾਂ ਨੇ ਸਾਰੀ ਮਰਜ਼ਾਦਾ ਜੋ ਸਾਨੂੰ ਧੁਰਕੀ ਬਖਸ਼ੀ ਹੈ ਉਹ 10ਵੇਂ ਜਾਮੇ ਵਿੱਚ ਦ੍ਰਿੜ ਕਰਾਉਣੀ, ਉਦੋਂ ਤਾਈਂ ਪੂਰੀ ਹੋ ਜਾਣੀ ਹੈ ਕੰਪਲੀਟ। ਜੋ ਮਹਾਰਾਜ ਕਹਿਣ ਆਏ ਸੀ, ਦੱਸਣ ਆਏ ਸੀ, ਜੋ ਆ ਕੇ ਕਹਿ ਦਿੱਤਾ ਭਾਈ ਕਹਿਓ ਪ੍ਰਭੂ ਸੋ ਕਹੂੰ, ਕਾਹੂ ਨਾ ਕਾਣ ਧਰੋਂ। ਭਾਈ ਜੋ ਵਾਹਿਗੁਰੂ ਨੇ ਮੈਨੂੰ ਆਖਿਆ ਉਹੀ ਆਖੂੰ, ਬਸ ਉਹ ਆਖਿਆ। ਉਹ ਜੋ ਮਰਜ਼ਾਦਾ ਸੀ ਸਾਰੀ ਗੁਰੂ ਕਲਗੀਧਰ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦਾ, ਇਹ ਅਕਾਲ ਪੁਰਖ ਦਾ ਹੁਕਮ ਹੈ। ਉਹ ਅਖੀਰ ਤੇ ਜਾਂਦੇ ਮਹਾਰਾਜ ਕਹਿ ਗਏ ਭਾਈ ਇਹ ਵੀ ਅਕਾਲ ਦਾ ਆਗਿਆ ਪਈ, ਅਕਾਲ ਕੀ, ਇਹ ਸਾਰਾ ਅਕਾਲ ਦੇ ਹੁਕਮ ਵਿੱਚ ਹੋਇਆ ਜੋ ਹੋਇਆ। ਇਸ ਵਾਸਤੇ ਗੁਰੂ ਮਾਨਿਓ ਗ੍ਰੰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਿਧਾਂਤ ਜੋ ਬਖਸ਼ਿਆ ਇਹ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ। ਉਦੋਂ ਸਮਰੱਥ ਸਤਿਗੁਰੂ ਅਮਰਦਾਸ ਪਾਤਸ਼ਾਹ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਹਨ ਜਿਨ੍ਹਾਂ ਨੇ ਮਰਜ਼ਾਦਾ ਪਰਪੱਕ ਕੀਤਾ ਸਿੱਖ ਨੂੰ ਆਪਣੇ ਆਪਣੇ ਟਾਈਮ ਤੇ। ਇਸ ਤਰ੍ਹਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਅੰਤਮ ਕਿਰਿਆ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਕਰਵਾ ਰਹੇ ਹੈ। ਸੁੰਦਰ ਬਸਤਰ ਵਿਖੈ ਸਭ ਤੇ ਉਹ ਸਾਰੇ ਭਾਈ ਅਸ਼ਟ ਸੀ ਜੋ ਸੁੰਦਰ ਬਸਤਰ ਵਿੱਚ ਇਕੱਠੇ ਕੀਤੇ ਹੈ। ਸੁਰ ਸਰ ਕੋ ਤਤ ਛਿਨ ਪਹੁੰਚਾਏ। ਪਰ ਉਸ ਟਾਈਮ ਨਦੀ ਨੂੰ ਭੇਜ ਦਿੱਤੇ ਭਾਈ ਜੋ ਅਸ਼ਟ ਹੈ। ਸਾਵਨ ਮਲ ਤਿਨ ਸੰਗ ਸਦਾਏ। ਤੇ ਬਾਬਾ ਸਾਵਨ ਮਲ ਜੀ ਜਲ ਪ੍ਰਵਾਹ ਕਰਨ ਵਾਸਤੇ ਗਏ ਹੈ। ਜਗਤ ਮਿਰਜਾਦ ਹੇਤ ਕ੍ਰਿਤ ਸਾਰੀ। ਤੇ ਜਗਤ ਦੀ ਮਰਜ਼ਾਦਾ ਵਾਸਤੇ ਇਹ ਕ੍ਰਿਤ ਕੀਤੀ ਹੈ ਯਥਾ ਜੋ ਕੀਨ ਸਹਿਤਕਾਰੀ। ਜਿਸ ਤਰ੍ਹਾਂ ਯੋਗ ਕੀ ਸੀ ਭਾਈ ਉਹ ਸਾਰੀ ਹਿਤਕਾਰੀ ਪ੍ਰੇਮ ਨਾਲ ਨਿਭਾਈ ਹੈ ਸਾਰੀ ਮਰਜ਼ਾਦਾ। ਬੈਠੇ ਸਕਲ ਬਾਵਲੀ ਤੀਰ। ਫਿਰ ਸਾਰੀ ਗੁਰੂ ਕੀ ਸੰਗਤ ਮਹਾਰਾਜ ਪਾਤਸ਼ਾਹ ਜੀ ਦੇ ਅਸ਼ਟ ਲਿਆ ਕੇ ਫਿਰ ਬੌਲੀ ਸਾਹਿਬ ਦੇ ਕਿਨਾਰੇ ਆ ਕੇ ਭਾਈ ਸੋਭਤ ਹੋ ਗਈ ਹੈ। ਆਵੈ ਨਿਤ ਸੰਗਤ ਕੀ ਭੀੜ। ਤੇ ਬਹੁਤ ਜ਼ਿਆਦਾ ਗੁਰੂ ਕੀਆਂ ਸੰਗਤਾਂ ਭਾਈ ਮਹਾਰਾਜ ਪਾਤਸ਼ਾਹ ਜੀ ਦੀ ਪਰਚਾਉਣੀ ਤੇ ਉਸ ਟਾਈਮ ਦੂਰੋਂ ਦੂਰੋਂ ਚੱਲ ਕੇ ਜਥੇ ਬੰਨ ਕੇ ਆ ਰਹੀਆਂ ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗ ਰਿਹਾ ਹੈ। ਗਾਵਹਿ ਸ਼ਬਦ ਰਬਾਬੀ ਰਾਗ। ਤੇ ਰਾਗੀ ਜਿਹੜੇ ਆ ਭਾਈ ਰਬਾਬ ਲੈ ਕੇ ਸ਼ਬਦ ਗਾ ਰਹੇ ਆ ਗੁਰਬਾਣੀ ਦੇ। ਜਿਨ ਕੇ ਵਿਖੈ ਪਰਮ ਬੈਰਾਗ। ਜਿਨ੍ਹਾਂ ਸ਼ਬਦਾਂ ਦੇ ਵਿੱਚ ਭਾਈ ਵੱਡਾ ਵੈਰਾਗ ਹੈ ਪਰਮੇਸ਼ਵਰ ਦੀ ਪ੍ਰਾਪਤੀ ਦਾ। ਸਭਾ ਲੱਗ ਹੈ ਜਬ ਹੋਵਤ ਭੋਰ। ਤੇ ਭੋਰ ਸਭਾ ਜੁੜ ਜਾਂਦੀ ਹੈ ਗੁਰੂ ਕੇ ਪਿਆਰਿਆਂ। ਸਿੱਖ ਕਰੈ ਬਹੁ ਜੋਰ। ਆਉਂਦੇ ਨੇ ਗੁਰੂ ਕੇ ਸਿੱਖ ਬਹੁਤ ਜ਼ਿਆਦਾ ਜੋਰ ਕਹੀਏ ਜੋੜ ਮੇਲਾ ਕਰਦੇ ਆ ਨਿਤਾ ਪ੍ਰਤੀ। ਇਸੀ ਪ੍ਰਕਾਰ ਦੇਗ ਨਿਤ ਹੋਏ। ਇਸ ਤਰ੍ਹਾਂ ਹੀ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਟਾਈਮ ਗੁਰੂ ਕੀ ਦੇਗ ਹੋ ਰਹੀ ਹੈ ਇਸ ਤਰ੍ਹਾਂ ਦੇਗ ਤੇ ਚੱਲ ਰਹੀ ਹੈ। ਮਿਲੇ ਹਜ਼ਾਰ ਹੋ ਅਚਵੈ ਸੋਏ। ਹਜ਼ਾਰਾਂ ਦੀ ਗਿਣਤੀ 'ਚ ਗੁਰੂ ਕੇ ਸਿੱਖ ਮਿਲ ਕੇ ਬੈਠਦੇ ਆ ਤੇ ਗੁਰੂ ਕਾ ਲੰਗਰ ਛਕਦੇ ਹੈ। 10 ਦਿਵਸ ਬਤੀਤੇ। ਐਦਾਂ ਭਾਈ 13 ਦਿਨ ਬਤੀਤ ਹੋ ਗਏ ਜਦੋਂ ਭੋਜਨ ਕਰਿਓ ਅਨਕ ਬਿਦ ਤਬੈ। ਤੇ ਅਨਕ ਵਿਧ ਅਨੇਕਾਂ ਤਰ੍ਹਾਂ ਭਾਈ ਭੋਜਨ ਆਦਿਕ ਕੀਤੇ।
ਗੋਇੰਦਵਾਲ ਮੇਲ ਬਹੁ ਹੋਵਾ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੜਾ ਵੱਡਾ ਜੋੜ ਮੇਲਾ ਹੋਇਆ। ਸਭ ਸਾਰੀਆਂ ਸੰਗਤਾਂ ਨੇ ਦੂਰ ਦਰੇਡੇ ਤੋਂ ਚੱਲ ਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦੀਦਾਰ ਪਰਸੇ ਹੈ। ਸਕਲ ਵੇਖ ਸਾਧੂ ਸਮੁਦਾਏ। ਸਾਰੇ ਭਾਈ ਸਾਧੂਆਂ ਦੇ ਮੱਤ ਲਿਬਾਸ ਹੈ, ਜਿਹੜੇ ਭਾਈ ਸਾਰੇ ਭੇਖ ਪਹੁੰਚੇ ਹੈ। ਕਰਨਹਾਰ ਮੇਲ ਕਰ ਆਏ। ਤੇ ਸਾਰੇ ਭਾਈ ਮਹਾਰਾਜ ਪਾਤਸ਼ਾਹ ਜੀ ਦਾ ਜੋੜ ਮੇਲਾ ਕਰਨ ਵਾਸਤੇ ਆਏ ਹੈ। ਬਖਸ਼ਿਸ਼ ਭਈ ਮੰਜੀਆ ਜੇਤਕ। ਤੇ ਜਿੰਨੀਆਂ ਕੁ ਮੰਜੀਆਂ ਗੁਰੂ ਘਰ ਵੱਲੋਂ ਬਖਸ਼ਿਸ਼ ਹੋਈਆਂ ਸੀ ਗੁਰਮੁਖਾਂ ਪਿਆਰਿਆਂ ਨੂੰ, ਲੈ ਅਕੋਰ ਕੋ ਪਹੁੰਚੇ ਤੇ ਤਿਕ। ਉਹ ਸਾਰੇ ਹੀ ਆਪੋ ਆਪਣੇ ਇਲਾਕੇ ਤੋਂ ਮਹਾਰਾਜ ਪਾਤਸ਼ਾਹ ਜੀ ਦੀ ਕਾਰ ਭੇਟਾ ਤੇ ਸੰਗਤਾਂ ਦੇ ਜਥੇ ਲੈ ਲੈ ਕੇ ਪਹੁੰਚੇ ਆ। ਸ੍ਰੀ ਗੁਰ ਰਾਮਦਾਸ ਕੇ ਆਗੇ। ਤੇ ਸਾਹਿਬ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਅਰਪ ਅਰਪ ਕਰ ਪਾਹਿਨ ਲਾਗੇ। ਉਹ ਭੇਟਾਵਾਂ ਅਰਪ ਅਰਪ ਕੇ ਮਹਾਰਾਜ ਦੇ ਚਰਨੀ ਸੀਸ ਰੱਖੇ ਹੈ। ਜਿਸ ਕੋ ਆਪ ਗਏ ਕਰ ਟੀਕਾ। ਤੇ ਜਿਸ ਨੂੰ ਆਪ ਮਹਾਰਾਜ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਦਾ ਟੀਕਾ ਕਰ ਗਏ। ਕੌਣ ਹਟਾਏ ਸਕੈ ਤਿਨ ਲੀਕਾ। ਤਿੰਨ ਲੀਕਾ, ਤਿੰਨ ਉਸ ਲੀਕਾ ਮਰਜ਼ਾਦਾ ਨੂੰ ਮਹਾਰਾਜ ਪਾਤਸ਼ਾਹ ਜੀ ਨੂੰ ਕੌਣ ਭਾਈ ਮੇਟ ਸਕਦਾ, ਰੋਕ ਸਕਦਾ। ਮੋਹਨ ਅਪਰ ਮੋਹਰੀ ਦੂਬਾ। ਤੇ ਧੰਨ ਬਾਬਾ ਮੋਹਨ ਜੀ ਤੇ ਧੰਨ ਦੂਸਰੇ ਬਾਬਾ ਮੋਹਰੀ ਸਾਹਿਬ ਜੀ। ਤਿੰਨ ਦਿਸ ਦੇਖ ਦੀਨ ਮਨ ਹੂਵਾ। ਇਹਨਾਂ ਵੱਲ ਇੱਕ ਦਿਨ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੇਖਿਆ ਤੇ ਮਨ ਦੇ ਵਿੱਚ ਥੋੜਾ ਜਿਹਾ ਦੁੱਖ ਹੋਇਆ। ਅਪਰ ਸੰਬੰਧਨ ਕੀ ਲਖ ਚਾਲੀ। ਤੇ ਹੋਰ ਜਿਹੜੇ ਸੰਬੰਧੀ ਆ ਮਹਾਰਾਜ ਪਾਤਸ਼ਾਹ ਜੀ ਦੇ, ਉਹਨਾਂ ਦੀ ਵੀ ਮਹਾਰਾਜ ਨੇ ਚਾਲ ਮਰਜ਼ਾਦਾ ਜਾਣ ਲਈ। ਮਨ ਜਿਨ ਕੇ ਪਟ ਪਟੀ ਵਿਸਾਲੀ। ਮਨ ਜਿਨਕੇ ਜਿਨ੍ਹਾਂ ਦੇ ਮਨ ਵਿੱਚ ਖਟਪਟੀ ਜੀ ਹੈਗੀ, ਮਹਾਰਾਜ ਪਾਤਸ਼ਾਹ ਜੀ ਨੇ ਜਾਣ ਲਿਆ ਵੀ ਇਹਨਾਂ ਦੇ ਮਨ ਵਿੱਚ ਨਾ ਥੋੜਾ ਜਿਹਾ ਰੰਜ ਜਾਏਗਾ। ਇਹੋ ਜਿਹੇ ਬਚਨ ਜੇ ਕਰਦੇ ਆ ਮਹਾਰਾਜ ਪਾਤਸ਼ਾਹ ਜੀ ਜਾਣ ਗਏ। ਸ੍ਰੀ ਗੁਰੂ ਰਾਮਦਾਸ ਮਹਾਰਾਜਾ। ਤੇ ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ, ਮਹਿਦ ਬੇਲੋਚਨ ਲਾਜ ਜਹਾਜਾ। ਜਿਨ੍ਹਾਂ ਦੇ ਮਹਿਦ ਕਹੀਏ ਵੱਡੇ ਲੋਚਨਾ ਨੇਤਰਾਂ ਦੇ ਵਿੱਚ ਭਾਈ ਬਹੁਤੀ ਸ਼ਰਮ ਲਾਜ ਹੈ ਆਪਣਿਆਂ ਦੀ। ਬਹੁ ਕੋਮਲ ਜਿਨ ਸਰਲ ਸੁਭਾਉ। ਬਹੁਤ ਹੀ ਕੋਮਲ ਤੇ ਜਿਨ੍ਹਾਂ ਦਾ ਬੜਾ ਸਰਲ ਸੁਭਾਅ ਹੈ, ਸਿੱਧਾ ਸੁਭਾਅ ਹੈ ਭਾਈ, ਸਾਧੂ ਸੁਭਾਅ ਹੈ। ਨਹਿ ਪਿਕ ਸਕੈ ਭੰਗ ਮਨ ਕਾਊ। ਤੇ ਜੋ ਕਿਸੇ ਦਾ ਮਨ ਭੰਗ ਨਹੀਂ ਜਾਣ ਸਕਦੇ, ਦੁਖੀ ਨਹੀਂ ਦੇਖ ਸਕਦੇ, ਕਿਸੇ ਦਾ ਮਨ ਦੁਖੀ ਕਰ ਹੀ ਨਹੀਂ ਸਕਦੇ ਸਤਿਗੁਰੂ ਰਾਮਦਾਸ ਜੀ। ਕਿਸੇ ਦਾ ਮਨ ਦੁਖੀ ਕਰਦੇ ਹੀ ਨਹੀਂ ਸਤਿਗੁਰੂ ਰਾਮਦਾਸ ਜੀ। ਐਸੇ ਦਿਆਲੂ ਹੈ ਮਹਾਰਾਜ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ। ਹਿਰਦੈ ਵਿਚਾਰ ਹੈ ਅਨਕ ਉਪਾਊ। ਤੇ ਹਿਰਦੇ ਦੇ ਵਿੱਚ ਭਾਈ ਅਨਕ ਉਪਾਊ ਵਿਚਾਰ ਹੈ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਨ ਵਿੱਚ ਕਈ ਵਿਚਾਰਾਂ ਪੈਦਾ ਹੋਈਆਂ। ਕਿਮ ਹਮ ਕਰੈ ਨਾ ਦੇਖ ਸਕਾਊ। ਵੀ ਹੁਣ ਅਸੀਂ ਕੀ ਕਰੀਏ, ਜਿਹੜੀ ਹੁਣ ਪੋਜੀਸ਼ਨ ਹਾਲਤ ਬਣੀ ਹੋਈ ਆ ਉਹ ਵੀ ਨਹੀਂ ਵੇਖ ਸਕਦੇ। ਅਪਰ ਵਾਰਤਾ ਅਨਬਨ ਜਾਨੀ। ਹੋਰ ਵੀ ਵਾਰਤਾ ਜੋ ਹੈ ਭਾਈ ਵੀ ਗੁਰਤੇ ਬਾਬਾ ਮੋਹਨ ਜੀ ਨੂੰ, ਬਾਬਾ ਮੋਹਰੀ ਜੀ ਨੂੰ ਕਿਸੇ ਨੂੰ ਅਰਪਣ ਕਰ ਦਈਏ, ਇਹ ਵੀ ਅਨਬਨ ਹੈ, ਕਿਉਂਕਿ ਗੁਰੂ ਦੇ ਹੁਕਮ ਅਦੂਲੀ ਹੈ। ਭਏ ਪਰਵੇਸ਼ ਸਦਨ ਗੁਣ ਖਾਨੀ। ਤਾਂ ਮਹਾਰਾਜ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੇ ਘਰ ਵਿੱਚ ਹੀ ਪ੍ਰਵੇਸ਼ ਕਰ ਗਏ। ਰਹੇ ਇਕਾਕੀ ਬੈਠ ਗੋਸਾਈ। ਇਕੱਲੇ ਹੀ ਜਗਤ ਮਾਲਕ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਸੁਸ਼ੋਭਤ ਬੈਠੇ ਰਹਿੰਦੇ ਆ। ਅੰਤਰ ਬ੍ਰਿਤੀ ਰਹੇ ਸੁਖ ਪਾਈ। ਅੰਤਰ ਬਿਰਤੀ ਕਰ ਲਈ ਮਹਾਰਾਜ ਨੇ, ਸੁੱਖ ਵਿੱਚ ਰਹਿੰਦੇ ਆ। ਵਹਿਰ ਨਿਕਸ ਕਰ ਨਾਹਿਨ ਬੈਠੈ। ਨਾ ਬਾਹਰ ਨਿਕਲਦੇ ਆ ਤੇ ਨਾ ਕਿਸੇ ਵਿੱਚ ਬੈਠਦੇ ਹੈ। ਸਿੱਖ ਸੰਗਤ ਜੈ ਸਕਲ ਇਕੱਠਾ। ਤੇ ਸਾਰੀ ਜਿੱਥੇ ਗੁਰੂ ਕੀ ਸੰਗਤ ਇਕੱਠੀ ਹੁੰਦੀ ਹੈ ਬੌਲੀ ਸਾਹਿਬ, ਉੱਥੇ ਵੀ ਨਹੀਂ ਬਰਾਜਦੇ। ਸ੍ਰੀ ਗੁਰੂ ਅਮਰਦਾਸ ਪਦ ਪ੍ਰੇਮ। ਤੇ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦਾ ਪ੍ਰੇਮ ਹੈ। ਉਮਗੈ ਰਿਦਾ ਬਹਿ ਸਭ ਨੇਮ। ਉਮਗੈ ਹਿਰਦਾ, ਹਿਰਦਾ ਉਮਗੈ ਉਛਲਦਾ ਹੈ, ਹਿਰਦਾ ਉਛਲਦਾ ਹੈ। ਤੇ ਸਾਰੇ ਜਿਹੜੇ ਨੇਮ ਹੈ ਨਾ ਉਹ ਭਾਈ ਬਹਿ ਜਾਂਦੇ ਆ। ਉਸ ਟਾਈਮ ਭੁੱਬਾਂ ਮਾਰ ਮਾਰ ਕੇ ਪਾਤਸ਼ਾਹ ਜੀ ਉਸ ਟਾਈਮ ਰੋ ਪੈਂਦੇ ਹੈ। ਜਹ ਬੈਠੇ ਤਹ ਬੈਠੇ ਰਹਿ। ਜਿੱਥੇ ਬੈਠੇ ਆ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ, ਉੱਥੇ ਬੈਠੇ ਹੀ ਰਹਿੰਦੇ ਆ। ਜਿਤ ਦੇਖਤ ਤਿਤ ਦਿਸ ਕੋ ਲਹੈ। ਹਾਂਜੀ, ਜਿਤ ਦੇਖਤ ਤਿਤ ਦਿਸ ਕੋ ਲਹੈ। ਜਿੱਤ ਦੇਖਤ ਜਿੱਧਰ ਵੇਖਦੇ ਆ ਉਧਰ ਹੀ ਵੇਖੀ ਜਾਂਦੇ ਆ, ਟਿਕ ਟਿਕੀ ਲਾ ਕੇ। ਠਾਡੇ ਰਹਿ ਕੇ ਪੌੜਹਿ ਕਬੈ। ਕਦੇ ਖੜੀ ਰਹਿੰਦੇ ਆ ਬਹੁਤ ਲੰਮਾ ਟਾਈਮ, ਕਦੇ ਬਰਾਜ ਜਾਂਦੇ ਹੈ। ਇਹ ਪ੍ਰੇਮ ਦੀ ਅਵਸਥਾ ਹੈ ਸੰਗਤ ਜੀ। ਹਾਂਜੀ, ਕੀਤਕ ਕਾਲ ਥਿਰਤਾ ਗਹਿ ਤਬੈ। ਕਹਿੰਦੇ ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਇਹ ਇਸ ਤਰ੍ਹਾਂ ਦੀ ਮਰਜ਼ਾਦਾ ਭਾਈ ਪ੍ਰੇਮ ਦੇ ਵਿਛੋੜੇ ਵਾਲਿਆਂ ਦੀ ਹੁੰਦੀ ਹੈ।
ਜਿਸ ਕਰਕੇ ਉਹਨਾਂ ਦੇ ਜਿਹੜੇ ਲੱਛਣ ਹੈ ਉਹ ਐਂ ਹੋ ਜਾਂਦੇ ਹੈ। ਤੇ ਦੁਨੀਆ ਭਾਈ ਇਸ ਭਾਸ਼ਾ ਨੂੰ ਨਹੀਂ ਸਮਝਦੀ। ਇਸ ਕਰਕੇ ਤੇ ਮਹਾਰਾਜ ਪਾਤਸ਼ਾਹ ਜੀ ਫਰਮਾ, ਕਵੀ ਸੰਤੋਖ ਸਿੰਘ ਜੀ ਦੱਸ ਰਹੇ ਆ, ਹਾਂਜੀ, ਪ੍ਰਿਥਿਆ ਮਹਾਦੇਵ ਸ੍ਰੀ ਅਰਜਨ। ਮਹਾਰਾਜ ਕਾਫੀ ਟਾਈਮ ਦੇ ਬਰਾਜੇ ਪਏ ਆ, ਪਏ ਇੰਨੇ ਫਿਰ ਬਾਬਾ ਪਿਰਥੀ ਚੰਦ ਜੀ ਚਲ ਗਏ, ਬਾਬਾ ਮਹਾਦੇਵ ਜੀ ਚਲ ਗਏ, ਧੰਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਚਲੇ ਗਏ। ਬੰਦੈ ਚਰਨ ਬੁਲਾਵੈ ਤਿਸ ਛਿਨ। ਕਦੇ ਬਾਬਾ ਪਿਰਥੀ ਚੰਦ ਜੀ ਜਾ ਕੇ ਨਮਸਕਾਰ ਕਰਕੇ ਪੁੱਛ ਲੈਂਦੇ ਆ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ, ਕਦੇ ਬਾਬਾ ਮਹਾਦੇਵ ਸਾਹਿਬ ਜੀ, ਤੇ ਕਦੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ। ਤੇ ਮਹਾਰਾਜ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਬਚਨ ਤਾਂ ਸੁਣਦੇ ਹੈ। ਦੇ ਧੀਰਜ ਤਿਨ ਬੋਲਹਿ ਥੋਰਾ। ਤੇ ਧੀਰਜ ਦੇ ਕੇ ਉਹਨਾਂ ਨੂੰ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਜਦੋਂ ਪੁੱਛਦੇ ਆ, ਕੋਈ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ, ਮਹਾਰਾਜ ਆਪ ਜੀ ਜੋ ਵੀ ਭਾਈ ਹੁਣ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਹੈ, ਤੇ ਉਸ ਟਾਈਮ ਧੀਰਜ ਦੇ ਕੇ ਮਹਾਰਾਜ ਪਾਤਸ਼ਾਹ ਜੀ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਭਾਈ ਆਪਣੇ ਸਪੁੱਤਰ ਬਾਬਾ ਪਿਰਥੀ ਚੰਦ ਜੀ ਨੂੰ, ਬਾਬਾ ਮਹਾਦੇਵ ਜੀ ਨੂੰ ਮੋੜ ਦਿੰਦੇ ਹੈ। ਬੈਠੇ ਰਹਿ ਪਰਹਿ ਇੱਕ ਠੌਰਾ। ਬੈਠੇ ਰਹਿੰਦੇ ਆ ਪਾਤਸ਼ਾਹ, ਜਾਂ ਇੱਕ ਥਾਂ ਬਰਾਜੇ ਰਹਿੰਦੇ ਆ। ਮਤ ਗਤ ਭਈ ਅਪਰਬਿਦ ਸਾਰੀ। ਮਤ ਗਤ ਭਈ ਅਪਰਬਿਦ ਸਾਰੀ। ਮਤ ਦੀ ਜਿਹੜੀ ਗਤ ਮਰਜ਼ਾਦਾ ਸੀ ਉਹ ਸਾਰੀ ਹੋਰ ਤਰ੍ਹਾਂ ਦੀ ਹੋ ਗਈ ਹੈ। ਰਹਿ ਇਕਾਕੀ ਬਿਨਾ ਚਿਨਾਰੀ। ਰਾਮ ਵਿਯੋਗੀ ਨਾ ਜੀਐ, ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾ ਕਹਿ ਪਾਛੈ ਜੀਵਨ। ਮਤ ਭਈ ਔਰਾ, ਇਸ ਵਾਸਤੇ ਭਾਈ ਹੋਰ ਤਰ੍ਹਾਂ ਦੀ ਮਰਜ਼ਾਦਾ ਹੋ ਗਈ ਹੈ। ਹਾਂਜੀ, ਕਬਹਿ ਪ੍ਰੇਮ ਕੋ ਵਹਿ ਬਹਿ ਪਰਵਾਹੂ। ਤੇ ਕਦੇ ਕਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਪ੍ਰੇਮ ਦਾ ਪ੍ਰਵਾਹ ਬਹਿ ਉੱਠਦਾ ਹੈ। ਬਾਣੀ ਰਚੈ ਗੁਰੂ ਛਿਨ ਤਾਹੂ ਛਿਨ। ਉਸ ਟਾਈਮ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਫਿਰ ਬਾਣੀ ਰਚੈ, ਬਾਣੀ ਉਚਾਰਨ ਕਰਦੇ ਆ। ਹਮਰੀ ਵੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ। ਐਦਾਂ ਮਹਾਰਾਜ ਪਾਤਸ਼ਾਹ ਜੀ ਫਿਰ ਭਾਈ ਬਾਣੀ ਰਚਦੇ ਆ। ਮੇਰੀ ਪੀੜਾ ਮੇਰੇ ਪਾਤਸ਼ਾਹ ਤੂੰ ਜਾਣਦਾ, ਹੋਰ ਮੇਰੀ ਪੀੜਾ ਨੂੰ ਕੌਣ ਜਾਣ ਸਕਦਾ ਹੈ। ਐਦਾਂ ਭਾਈ ਫਿਰ ਬਾਣੀ ਉਚਾਰਨ ਕਰਦੇ ਹੈ। ਵਿੱਚ ਰਾਗਨ ਕੇ ਸ਼ਬਦ ਬਣਾਵੈ। ਤੇ ਸ਼ਬਦਾਂ ਦੇ ਵਿੱਚ ਭਾਈ ਰਾਗਾਂ ਦੇ ਵਿੱਚ ਸ਼ਬਦ ਬਣਾ ਕੇ ਸਾਹਿਬ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਮਧੁਰ ਮਧੁਰ ਮੁਖ ਤੇ ਧੁਨ ਗਾਵੈ। ਮਧੁਰ ਧੁਨ, ਮਿੱਠੀ ਮਿੱਠੀ ਆਵਾਜ਼ ਵਿੱਚ, ਜਿਹਨੂੰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਹੁਣ ਕਿਹੋ ਜੀ ਬਾਣੀ ਹੋਊ? ਸਹਿਜ ਧੁਨ। ਤੇ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹ ਉਚਾਰਨ ਕੀਤਾ। ਕੈਸਾ ਮੁਖਾਰ ਬਿੰਦ ਹੋਊ ਮਹਾਰਾਜ ਪਾਤਸ਼ਾਹ ਜੀ ਦਾ। ਤੇਰਾ ਮੁਖ ਸੁਹਾਵਾ ਜੀ ਉਹ ਸਹਿਜ ਧੁਨ ਬਾਣੀ ਚਿਰ ਹੋਆ। ਦੇਖੇ ਸਾਰੰਗ ਪਾਣੀ ਮਹਾਰਾਜ ਪਪੀਹਾ ਤੜਫੀ ਜਾਂਦਾ। ਚਿਰ ਹੋ ਗਿਆ ਮਹਾਰਾਜ ਦਰਸ਼ਨ ਕੀਤਿਆਂ ਨੂੰ। ਇਹਨੂੰ ਸ਼ਾਂਤੀ ਨਹੀਂ ਹੁਣ, ਇਹਨੂੰ ਆਨੰਦ ਨਹੀਂ ਹੁਣ। ਇਸ ਵਾਸਤੇ ਇਹ ਹੁੰਦੀ ਹੈ ਤੜਫ ਅੰਦਰਲੀ ਵੇਦਨਾ, ਪ੍ਰੇਮ ਦੀ ਪੀੜਾ ਜਿਹਨੂੰ ਆਖਦੇ ਆ। ਤਾਂ ਮਹਾਰਾਜ ਪਾਤਸ਼ਾਹ ਜੀ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਮਧੁਰ ਮਧੁਰ ਮੁਖ ਤੇ ਧੁਨ ਗਾਵੈ। ਮਧੁਰ ਮਿੱਠੀ ਮਿੱਠੀ ਧੁਨ ਦੇ ਵਿੱਚ ਮੁਖ ਤੋਂ ਉਚਾਰਨ ਕਰਦੇ ਹੈ। ਵਹਿਰ ਭਇਓ ਸਿਖੜ ਮਹਿਰੋਰਾ। ਬਹੁਤ ਜ਼ਿਆਦਾ ਗੁਰੂ ਕੇ ਸਿੱਖਾਂ ਦੇ ਵਿੱਚ ਇਸ ਗੱਲ ਤੇ ਰੌਲਾ ਪੈ ਗਿਆ ਹੈ। ਗੁਰੂ ਨ ਆਏ ਵਹਿਰ ਕੀ ਠੌਰਾ। ਗੁਰੂ ਕੇ ਸਿੱਖ ਬੈਠੇ ਬੌਲੀ ਸਾਹਿਬ ਦੇ ਕਿਨਾਰੇ ਵਿਚਾਰ ਕਰਦੇ ਆ ਕਿ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਕਿਉਂ ਨਹੀਂ ਆ ਰਹੇ। ਬਾਹਰ ਕੀ ਠੌਰਾ, ਬਾਹਰ ਵੱਲ। ਸੱਚਣ ਸੱਚ ਮਾਨਕ ਚੰਦ ਜੋਏ। ਤਾਂ ਉਸ ਸਭਾ ਦੇ ਵਿੱਚ ਕੌਣ ਕੌਣ ਸੀ ਭਾਈ? ਇੱਕ ਸੱਚਨ ਸੱਚ ਗੁਰੂ ਕਾ ਸਿੱਖ ਬੈਠਾ ਹੈਗਾ, ਜਿਹਨੇ ਰਾਜੇ ਦੀ ਰਾਣੀ ਜੋ ਠੀਕ ਕੀਤੀ ਸੀ ਭਾਈ, ਜੋ ਪਗਲੀ ਹੋ ਗਈ ਸੀ। ਜਦੋਂ ਮਹਾਰਾਜ ਪਾਤਸ਼ਾਹ ਕਹਿੰਦੇ ਚੱਲੀਏ ਬਾਪ ਦੇ ਘਰ ਨਹੀਂ ਇੱਦਾਂ ਆਈਦਾ, ਇਹ ਘੁੰਡ ਕੱਢ ਕੇ ਆ ਗਈ ਸੀ ਮਹਾਰਾਜ ਪਾਤਸ਼ਾਹ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ। ਫਿਰ ਸੱਚਨ ਸੱਚ ਗੁਰੂ ਕਾ ਸਿੱਖ ਲੱਕੜਾਂ ਲੈਣ ਗਿਆ ਸੀ, ਇਹਨੂੰ ਚੁੰਬੜ ਗਈ। ਬਹੁਤ ਬੁਰੀ ਹਾਲਤ, ਕੇਸ ਖਿਦਰੇ ਹੋਏ, ਸਰੀਰ ਤੇ ਵਸਤਰ ਨਹੀਂ। ਤੇ ਬਾਬਾ ਜੀ ਭੱਜ ਕੇ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਤਾਂ ਚੜੇਲ ਪੈ ਗਈ ਸੀ ਅੱਜ। ਸੱਚੇ ਸੁੱਚੇ ਭਾਈ ਪੂਰੇ ਸੂਰੇ ਗੁਰੂ ਕੇ ਸਿੱਖ ਸੀ, ਗੁਰੂ ਘਰ ਦੇ ਅਨੰਨ ਸੇਵਕ। ਮਹਾਰਾਜ ਪਾਤਸ਼ਾਹ ਜੀ ਨੇ ਚਰਨਾਂ ਦਾ ਇੱਕ ਜੋੜਾ ਕਹਿੰਦੇ ਜਾ ਭਾਈ, ਜਦੋਂ ਤੇਰੇ ਵੱਲ ਆਈ ਨਾ ਜਿੱਥੇ ਫਿਰਦੇ ਸਿਰ 'ਚ ਮਾਰੀ।
ਬਸ ਜਦੋਂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦਾ ਪਾਵਨ ਜੋੜਾ ਉਹਦੇ ਸੀਸ 'ਚ ਲੱਗਿਆ, ਉਹ ਉਸੇ ਟਾਈਮ ਹੀ ਭਾਈ ਕਹਿੰਦੀ ਮੈਨੂੰ ਬਸਤਰ ਦਿਓ। ਮਹਾਰਾਜ ਦੇ ਦਰ 'ਤੇ ਪਹੁੰਚੀ। ਫਿਰ ਐਦਾਂ ਮਹਾਰਾਜ ਪਾਤਸ਼ਾਹ ਜੀ ਨੇ ਨਜ਼ਰੀ ਨਜ਼ਰ ਨਿਹਾਲ ਕੀਤਾ। ਉਹ ਮਹਾਰਾਜ ਦੇ ਚਰਨਾਂ ਦਾ ਪਾਵਨ ਜੋੜਾ ਅੱਜ ਵੀ ਭਾਈ ਚਾਂਦੀ 'ਚ ਮੜ ਕੇ ਮਾਲਵੇ ਦੇ ਵਿੱਚ ਬਰੇਟਿਆਂ ਦੇ ਕੋਲੇ ਨਗਰ ਹੈ, ਇੱਕ ਵਾਰੀ ਦਰਸ਼ਨ ਹੋਏ ਆ ਉੱਥੇ, ਅੱਜ ਵੀ ਪਿਆ ਹੈ। ਅੱਜ ਵੀ ਉਹ ਮਾਨਵਤਾ ਦੇ ਰੋਗ ਦੂਰ ਕਰ ਰਹੇ ਆ। ਜਿਵੇਂ ਗੁਰੂ ਕਲਗੀਧਰ ਮਹਾਰਾਜ ਦਾ ਸੀਸਾ ਪ੍ਰਤੱਖ ਗੁਰੂ ਕਾਂਸੀ ਦੇ ਵਿੱਚ ਬਿੰਗੇ ਮੂੰਹ ਸਿੱਧੇ ਕਰੀ ਜਾਂਦਾ ਹੈ। ਐਦਾਂ ਗੁਰੂ ਕੀਆਂ ਕਰਾਮਾਤਾਂ ਅੱਜ ਵੀ ਜਿਉਂਦੀਆਂ ਤਿਉਂ ਪ੍ਰਗਟ ਹੈ ਭਾਈ, ਕੋਈ ਸ਼ੰਕਾ ਕਰਨੀ ਨਹੀਂ ਬਣਦੀ। ਇਸ ਵਾਸਤੇ ਸੱਚਨ ਸੱਚ ਗੁਰੂ ਕਾ ਸਿੱਖ ਹੈ ਇੱਕ ਉਹ, ਇਹ ਵੀ ਉਹ ਸਭਾ ਦੇ ਵਿੱਚ ਬੈਠਾ ਹੈ। ਹਾਂਜੀ, ਡੱਲੇ ਵਾਸੀ ਸਿੱਖ ਸਭ ਕੋਏ। ਤੇ ਡੱਲੇ ਨਿਵਾਸੀ ਜਿਹੜੇ ਗੁਰੂ ਕੇ ਸਿੱਖ ਹੈ ਭਾਈ, 72 ਭਗਤ ਗਿਣੇ ਐ ਮਾਂ ਗੁਰੂ ਘਰ ਦੇ। ਇਸ ਵਾਸਤੇ ਉਹ ਗੁਰੂ ਕੇ ਸਿੱਖ ਵੀ ਬੈਠੇ ਐ। ਧੰਨ ਬਾਬਾ ਪਾਰੋ ਜੁਲਕਾ ਸਾਹਿਬ ਜੀ ਪਰਮਹੰਸ ਜੀ ਦੀ ਅੰਸ਼ ਬੰਸ ਚੋਂ ਹੋਰ ਬੇਅੰਤ ਗੁਰੂ ਕੇ ਸਿੱਖ। ਸਾਵਨ ਮੱਲ ਅਰ ਮਾਈ ਦਾਸ। ਸਾਵਨ ਮੱਲ ਮਹਾਰਾਜ ਪਾਤਸ਼ਾਹ ਜੀ ਦਾ ਪੋਤਰਾ ਤੇ ਮਾਈ ਦਾਸ ਹੈ ਇੱਕ ਭਾਈ, ਜਿਹੜਾ ਗੁਰੂ ਘਰ ਤੋਂ ਬਰੋਸ ਆਇਆ, ਇਹ ਵੀ ਬੈਠਾ ਹੈ। ਗੰਗੋ ਬਸੀ ਖੱਤਰੀ ਦਾਸ। ਗੰਗੋ ਬਸੀ ਭਾਈ ਤੇ ਇਹ ਖੱਤਰੀ ਹੈ ਜਿਹੜਾ, ਇਹ ਵੀ ਮਹਾਰਾਜ ਦੇ ਦਰਬਾਰ 'ਚ ਬੈਠਾ ਹੈ। ਇਹ ਮਥੋ ਮਰਾਰੀ ਇਹ ਚੱਲ ਆਏ। ਧੰਨ ਬੀਬੀ ਮੱਥੋ ਜੀ, ਧੰਨ ਮਰਾਰੀ ਜੀ, ਉਹ ਜਿਹੜਾ ਪ੍ਰੇਮਾ ਸੀ, ਇਹ ਵੀ ਭਾਈ ਮਹਾਰਾਜ ਪਾਤਸ਼ਾਹ ਜੀ ਦੀ ਉਸ ਟਾਈਮ ਚੱਲ ਕੇ ਆਏ ਹੈ। ਫਿਰਿਆ ਕਟਾਰਾ ਸਿੱਖ ਸਮੁਦਾਇ। ਗੁਰੂ ਕੇ ਸਿੱਖ ਹੈ ਇੱਕ ਭਾਈ ਫਰਾਇਆ ਜੀ ਤੇ ਭਾਈ ਕਟਾਰਾ ਜੀ, ਇਹ ਵੀ ਮਹਾਰਾਜ ਪਾਤਸ਼ਾਹ ਜੀ ਦੇ ਦਰਬਾਰ ਪਹੁੰਚੇ ਆ ਸੰਗਤਾਂ ਸਮੇਤ। ਖੇਡਾ ਸੋਏਰੀ ਦਿਜਬਰ ਤਹਾ। ਇੱਕ ਖੇਡਾ ਸੋਇਨੀ ਬ੍ਰਾਹਮਣ ਹੈ ਭਾਈ, ਇਹ ਵੀ ਮਹਾਰਾਜ ਦੇ ਦਰ ਤੇ ਆਇਆ, ਗੁਰੂ ਘਰ ਦਾ ਸਰਦਾਵਾਨ ਸਿੱਖ ਬਣ ਗਿਆ ਸੀ ਇਹ। ਬੇਨੀ ਪੰਡਤ ਪ੍ਰੇਮੀ ਮਹਾ। ਤੇ ਬੇਣੀ ਪੰਡਤਾ ਜੋ ਗੁਰੂ ਘਰ ਦਾ ਬੜਾ ਪ੍ਰੇਮੀ ਹੈ, ਇਹ ਵੀ ਚੱਲ ਕੇ ਆਇਆ ਆਪਣੇ ਸਖ ਸੰਗਤਾਂ ਨੂੰ ਨਾਲ ਲੈ ਕੇ। ਆਦ ਹਿੰਦਾਲ ਵਹਿਰ ਕੇ ਸਾਰੇ। ਇਸ ਤੋਂ ਆਦਿਕ ਬਾਬਾ ਹੰਦਾਲ ਜੀ ਗੁਰੂ ਘਰ ਦਾ ਸੇਵਕ ਹੋਇਆ ਭਾਈ। ਮਹਾਰਾਜ ਪਾਤਸ਼ਾਹ ਜੀ ਦੇ ਇੱਕ ਵਾਰੀ ਨਾ ਦਰਸ਼ਨ ਕੀਤੇ, ਇਸਨੇ ਆਟਾ ਗੁੰਨੀ ਜਾਂਦਾ ਸੀ ਗੁਰੂ ਲੰਗਰ ਦੇ ਵਿੱਚ। ਇਹਨੇ ਆਪਣੇ ਹੱਥ ਵੇਖਿਆ ਵੀ ਮਹਾਰਾਜ ਪਾਤਸ਼ਾਹ ਜੀ ਆ ਗਏ, ਜੇ ਮਸਤਕ ਨਹੀਂ ਟੇਕਦਾ ਇਹ ਵੀ ਮਾੜੀ ਗੱਲ ਹੈ, ਤੇ ਜੇ ਟੇਕਦਾ ਹੱਥ ਧਰਤੀ ਤੇ ਲੱਗਣਗੇ ਬੇਅਦਬੀ ਹੋਵੇਗੀ। ਇਹਨੇ ਪਿੱਛੇ ਕੰਡ ਤੇ ਹੱਥ ਕਰਕੇ ਮਹਾਰਾਜ ਪਾਤਸ਼ਾਹ ਜੀ ਨੂੰ ਪੂਰਾ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ। ਮਹਾਰਾਜ ਇੰਨੇ ਪ੍ਰਸੰਨ ਹੋਏ, ਛਾਤੀ ਨਾਲ ਲਾ ਕੇ ਕਹਿੰਦੇ ਹੁਣ ਭਾਈ ਤੂੰ ਸੇਵਾ ਕਰ, ਹੁਣ ਲੋਕਾਂ ਦਾ ਭਲਾ ਕਰ, ਭਾਉ ਭਗਤੀ ਦਾ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਦ੍ਰਿੜ ਕਰਾ, ਗੁਰਮਤਿ ਦ੍ਰਿੜ ਕਰਾ। ਫਿਰ ਭਾਈ ਇਹਦੀ ਅੰਸ-ਬੰਸ ਬਾਅਦ ਵਿੱਚ ਆ ਕੇ ਉਹ ਗੁਰੂ ਘਰ ਦੇ ਵਿਰੋਧੀ ਹੋ ਗਏ ਸਨ। ਜਨਮ ਸਾਖੀ ਇਹਨਾਂ ਦੇ ਵੱਡੇ ਕਿੰਨੇ ਬਾਅਦ ਵਿੱਚ ਵਿਗਾੜੀ ਹੈ, ਇਹਦੀ ਅੰਸ ਬੰਸ ਚੋਂ ਹੋਇਆ। ਇਸ ਕਰਕੇ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਸ ਬੌਲੀ ਸਾਹਿਬ ਦੇ ਕਿਨਾਰੇ ਇਹ ਗੁਰੂ ਕਾ ਸਿੱਖ ਵੀ ਬੈਠਾ ਹੈ ਭਾਈ ਹੰਦਾਲ ਜੀ। ਬਾਸੇ ਗੋਇੰਦਵਾਲ ਮੰਝਾਰੇ। ਇਹ ਸਾਰੇ ਗੋਇੰਦਵਾਲ ਸਾਹਿਬ ਦੇ ਵਿੱਚ ਬਸ ਰਹੇ ਆ ਉਸ ਟਾਈਮ। ਮੋਹਨ ਅਪਰ ਮੋਹਰੀ ਦੋਹੂ। ਧੰਨ ਬਾਬਾ ਮੋਹਨ ਜੀ, ਧੰਨ ਬਾਬਾ ਮੋਹਰੀ ਸਾਹਿਬ ਜੀ ਦੋਨੇ। ਸਹਿਤ ਪੁੱਤਰ ਕੇ ਥਿਤ ਹੋਵੇ ਸੋ। ਇਹ ਵੀ ਆਪਣੇ ਪੁੱਤਰਾਂ ਦੇ ਸਹਿਤ ਉਸ ਸਭਾ ਦੇ ਵਿੱਚ ਸੁਸ਼ੋਭਿਤ ਹੈ। ਸਾਹਿਬ ਬੁੱਢਾ ਆਦ ਜੇ ਔਰ। ਧੰਨ ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿਕ ਹੋਰ ਪਤਵੰਤੇ ਗੁਰੂ ਘਰ ਦੇ ਅਨੰਨ ਸੇਵਕ ਬੈਠੇ ਸਕਲ ਬਾਵਲੀ ਠੌਰ। ਬੈਠੇ ਆ ਭਾਈ ਸਾਰੇ ਬੌਲੀ ਸਾਹਿਬ ਦੇ ਕਿਨਾਰੇ। ਚਿੰਤਮਾਨ ਚਿਤ ਵਹਿ ਅਤ ਸਾਰੇ। ਸਾਰੇ ਭਾਈ ਬੜੀ ਚਿੰਤਾਮਨ ਹੋਏ ਬੈਠੇ ਹੈ। ਗੁਰੂ ਨ ਆਵਹਿ ਬਾਹਰ ਦੁਆਰੇ। ਇਹ ਸੋਚ ਰਿਹਾ ਵੀ ਸਤਿਗੁਰੂ ਮਹਾਰਾਜ ਕਿਉਂ ਨਹੀਂ ਦਰਸ਼ਨ ਬਖਸ਼ਦੇ ਸਾਨੂੰ, ਬਾਹਰ ਕਿਉਂ ਨਹੀਂ ਆਉਂਦੇ ਦੀਦਾਰ ਬਖਸ਼ਣ ਵਾਸਤੇ। ਇਹ ਕਿਆ ਤਿਨੋ ਹਿਰਦੈ ਮੈਂ ਠਾਨੀ। ਇਹ ਕੀ ਆਪਣੇ ਹਿਰਦੇ ਵਿੱਚ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਧਾਰ ਲਈ ਆ, ਸਾਨੂੰ ਦੀਦਾਰ ਨਹੀਂ ਬਖਸ਼ਦੇ। ਬੈਠੇ ਬੀਚ ਨ ਦਰਸ਼ਨ ਦਾਨੀ। ਤੇ ਦਰਸ਼ਨਾਂ ਦੇ ਦਾਤੇ ਮਹਾਰਾਜ ਸਾਡੇ ਵਿੱਚ ਕਿਉਂ ਨਹੀਂ ਸੁਸ਼ੋਭਿਤ ਹੁੰਦੇ। ਆ ਕੇ ਸੰਗਤਾਂ ਇਹ ਤੜਫ ਕਰ ਰਹੀਆਂ। ਪ੍ਰੇਰਨ ਕਰਿਓ ਬ੍ਰਿਧ ਕੋ ਸਭ। ਤਾਂ ਸਾਰੀਆਂ ਸੰਗਤਾਂ ਨੇ ਉਸ ਟਾਈਮ ਬੈਠੀਆਂ ਵਿਚਾਰ ਕਰ ਰਹੀਆਂ। ਤਾਂ ਗੁਰੂ ਕੇ ਸਿੱਖਾਂ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ। ਆਨੋ ਵਹਿਰ ਜਾਹੂ ਤੁਮ ਅਬਹੂ। ਕਹਿੰਦੇ ਬਾਬਾ ਬੁੱਢਾ ਜੀ ਇਦਾਂ ਕਰੋ, ਤੁਸੀਂ ਜਾ ਕੇ ਬੇਨਤੀ ਕਰੋ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਸੰਗਤਾਂ ਦਰਸ਼ਨਾਂ ਲਈ ਆਪ ਜੀ ਦੇ ਦੀਦਾਰ ਕਰਨ ਲਈ ਅਰਦਾਸਾਂ ਕਰਦੀਆਂ, ਆਪ ਦਰਸ਼ਨ ਬਖਸ਼ੋ ਮਹਾਰਾਜ। ਬ੍ਰਿਧ ਨੇ ਭੰਨਿਓ ਬਾਕ ਸੁਣ ਲੀਜੈ। ਹੁਣ ਭਾਈ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੀ ਭਾਈ ਮਰਜ਼ਾਦਾ ਜਾਣੀ ਜਾਣਾ। ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤਾਂ ਇੱਥੋਂ ਤੇ ਸਾਡੇ 'ਚ ਇੰਨਾ ਵੀ ਓਲਾ ਨਹੀਂ, ਤਾਂ ਇੱਥੋਂ ਅੱਗੇ ਸਿੱਖੀ ਦੀ ਹੱਦ ਹੈ, ਇਦੋਂ ਅੱਗੇ ਸਿੱਖੀ ਨਹੀਂ ਹੈ।
ਇਹੋ ਜਿਹੇ ਵਰਦਾਨ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਵਿੱਚੋਂ ਖੱਟੇ ਐ। ਉਹ ਸਾਧੂ ਮਹਾਂਪੁਰਖ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਟਾਈਮ ਫਿਰ ਗੁਰੂ ਕੇ ਸਿੱਖਾਂ ਨੂੰ ਆਖਿਆ, ਕਹਿਣ ਲੱਗੇ, ਹਾਂਜੀ ਬ੍ਰਿਧ ਨਾ ਭਣਿਓ ਬਾਕ ਸੁਣ ਲੀਜੈ। ਬਾਬਾ ਬੁੱਢਾ ਸਾਹਿਬ ਜੀ ਨੇ ਭਣਿਓ ਆਖਿਆ, ਭਾਈ ਇਹ ਗੱਲ ਸੁਣੋ, ਸਾਡਾ ਬਚਨ ਸੁਣੋ। ਅਨ ਬਨ ਮੇਰੋ ਗਮਨ ਜਨੀਜੈ। ਭਾਈ ਗੁਰਸਿੱਖੋ, ਮੇਰਾ ਜਾਣਾ ਐਦਾਂ ਅਨਬਣ ਹੈ, ਜਾਣਾ ਬਣਦਾ ਨਹੀਂ ਮੇਰਾ। ਮੋਹਨ ਕੋ ਸੁਭਾਉ ਮਸਤਾਨੇ। ਧੰਨ ਬਾਬਾ ਮੋਹਨ ਜੀ ਦਾ ਸੁਭਾਅ ਮਸਤ ਹੈ ਥਾਨ ਲਾਭ ਬਹੁ ਕਹਿਬੇ ਜਾਣੇ। ਤੇ ਇਹ ਭਾਈ ਚੰਗੀ ਮਾੜੀ ਕਹਿ ਦਿੰਦੇ ਆ ਵੀ ਇਸ ਕਰਕੇ ਜਾਤੇ ਸਤਗੁਰ ਸੁਤ ਲਗ ਜਾਵੇ। ਇਸ ਕਰਕੇ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਛੋਟੇ ਸਪੁੱਤਰ ਧੰਨ ਬਾਬਾ ਮੋਹਰੀ ਜੀ ਜਾਣ। ਸੋ ਮਤ ਮੋਹਰੀ ਕਹਿ ਤਿਨ ਲਿਆਵੈ। ਤੇ ਇਹ ਸ੍ਰੇਸ਼ਟ ਮਤ ਵਾਲੇ ਬਾਬਾ ਮੋਹਰੀ ਜੀ ਸਰਬ ਤਰ੍ਹਾਂ ਸਿਆਣੇ ਐ। ਇਹ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਅਰਦਾਸ ਬੇਨਤੀ ਕਰਕੇ ਲੈ ਆਉਣ। ਮੈਂ ਵੀ ਸੰਗ ਕਰੋ ਇਨ ਕੀਰਾ। ਹਾਂ ਭਾਈ ਸੰਗਤ ਜੀ, ਮੈਂ ਵੀ ਬਾਬਾ ਮੋਹਰੀ ਜੀ ਦੇ ਨਾਲ ਜਾਵਾਂਗਾ। ਮਾਨੋ ਸੰਗਤ ਬਾਕ ਭਲੇਰਾ। ਤੇ ਇਸ ਤਰ੍ਹਾਂ ਸੰਗਤ ਜੀ ਇਹ ਭਲਾ ਬਚਨ ਮੰਨ ਲਓ। ਸਭਨ ਮੋਹਰੀ ਸੋ ਜਬ ਕਹਿਓ। ਤਾਂ ਸਾਰੀਆਂ ਸੰਗਤਾਂ ਨੇ ਬਾਬਾ ਮੋਹਰੀ ਜੀ ਨੂੰ ਬੇਨਤੀ ਕਰ ਦਿੱਤੀ ਹੈ। ਆਵਹਿ ਮੋਹ ਗਏ ਤੇ ਲਹਿਓ। ਤੇ ਬਾਬਾ ਮੋਹਰੀ ਜੀ ਨੇ ਵੀ ਜਾਣ ਲਿਆ ਵੀ ਮੇਰੇ ਗਏ ਤੇ ਮਹਾਰਾਜ ਆ ਜਾਣਗੇ, ਐਦਾਂ ਲਹਿਓ ਜਾਣ ਲਿਆ। ਕੁਸ਼ਕ ਸਿੱਖ ਅਰ ਬ੍ਰਿਧ ਕੋ ਲੈ ਗਏ। ਕੁਛਕ ਗੁਰੂ ਕੇ ਸਿੱਖ ਅਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਗੁਰ ਸਮੀਪ ਪਹੁੰਚੇ ਹਿਤ ਕੈ। ਧੰਨ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨੇੜੇ ਪਹੁੰਚ ਗਏ ਪ੍ਰੇਮ ਕਰਕੇ। ਅੰਤਰ ਬੈਠੇ ਜਾਏ ਨਿਹਾਰੇ। ਅੰਦਰ ਬੈਠੇ ਸਤਿਗੁਰੂ ਪਾਤਸ਼ਾਹ ਜੀ ਅੰਦਰ ਸੁਸ਼ੋਭਿਤ ਹੋਏ ਬੈਠੇ ਆ। ਜਾ ਵੇਖੇ ਅਪਰ ਸੁਭਾਉ ਜਿਨੋ ਉਰ ਧਾਰੇ। ਜਿਸ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੋਰ ਸੁਭਾਅ ਪ੍ਰੇਮ ਵਸੀ ਹੋਇਆ ਹੋਇਆ। ਵਿਖੇ ਸਕਲ ਉੱਠ ਕਰ ਸਨਮਾਨੇ। ਤੇ ਜਦੋਂ ਸਾਰੀ ਸੰਗਤ ਨੂੰ ਆਉਂਦਿਆਂ ਵੇਖਿਆ ਨਾ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉੱਠ ਕੇ ਸਤਿਕਾਰ ਕੀਤਾ ਗੁਰੂ ਕੀ ਸੰਗਤ ਦਾ। ਮਿਲੇ ਪਰਸਪਰ ਬੰਧਨ ਠਾਨੇ। ਆਪਸ ਵਿੱਚ ਮਿਲੇ ਆ ਭਾਈ, ਬੜਾ ਪ੍ਰੇਮ ਪਿਆਰ ਸਤਿਕਾਰ ਦੇ ਬਚਨ ਹੋਏ ਹੈ। ਬਾਕ ਮੋਹਰੀ ਤਦਹਿ ਉਚਾਰੇ। ਤਾਂ ਬਾਬਾ ਮੋਹਰੀ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ, ਤੁਮ ਕਿਮ ਬੈਠੇ ਸਦਨ ਮੰਝਾਰੇ। ਹੇ ਸਤਿਗੁਰੂ ਰਾਮਦਾਸ ਜੀ, ਆਪ ਜੀ ਕਿਸ ਤਰ੍ਹਾਂ ਬੈਠੇ ਹੋ ਘਰ ਵਿੱਚ? ਸਤਿਗੁਰ ਪਿਤ ਨੈ ਨਿਜ ਅਸਥਾਨ। ਮਹਾਰਾਜ ਸਤਿਗੁਰੂ ਅਮਰਦਾਸ ਪਿਤਾ ਜੀ ਨੇ ਤੁਹਾਨੂੰ ਆਪਣੇ ਪਾਵਨ ਅਸਥਾਨ ਤੇ ਤੁਮਹੁ ਬਿਠਾਇਸ ਕਰ ਸਨਮਾਨ। ਤੁਹਾਨੂੰ ਸਨਮਾਨ ਕਰਕੇ ਬਿਠਾਉਣਾ ਕੀਤਾ ਹੈ ਗੁਰਤਾ ਉੱਪਰ। ਜਿਮ ਸਿੱਖ ਸੰਗਤ ਤਿਨੋ ਉਧਾਰੇ। ਜਿਵੇਂ ਤਿਨੋਂ ਉਹ ਸਤਿਗੁਰੂ ਅਮਰਦਾਸ ਪਿਤਾ ਜੀ ਨੇ ਸਿੱਖ ਸੰਗਤਾਂ ਨੂੰ ਉਧਾਰਿਆ ਤਾਰਿਆ। ਤਿਮ ਤੁਮ ਕਰੋ ਬੈਠ ਇਹੋ ਕਾਰੇ। ਤਿਮ ਤੁਮ ਕਰੋ, ਤਿਮ ਉਵੇਂ ਹੀ ਆਪ ਜੀ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹੀ ਕਾਰ ਗੁਰਤਾ ਤੇ ਸੁਸ਼ੋਭਿਤ ਹੋ ਕੇ। ਸਭ ਹਿਨ ਮਹਿ ਬੈਠੋ ਹਰ ਖਾਵੋ। ਸਾਰਿਆਂ ਦੇ ਵਿੱਚ ਬੈਠੋ ਮਹਾਰਾਜ ਤੇ ਪ੍ਰਸੰਨ ਹੋਵੋ, ਖੁਸ਼ ਕਰੋ ਸੰਗਤਾਂ ਨੂੰ। ਉਪਦੇਸੋ ਸਤਨਾਮ ਜਪਾਵੋ। ਮਹਾਰਾਜ ਆਪਣੇ ਮੁਖ ਤੋਂ ਉਪਦੇਸ਼ ਬਖਸ਼ੋ, ਸੱਚਾ ਨਾਮ ਜਪਾਓ ਜੀ। ਜਿਮ ਗੁਰ ਕਹਿਓ ਬਾਕ ਤਿਮ ਮਾਨੋ। ਜਿਮ ਗੁਰ ਕਹਿਓ, ਜਿਵੇਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪ ਜੀ ਨੂੰ ਫਰਮਾਇਆ ਹੈ, ਮਹਾਰਾਜ ਉਵੇਂ ਆਪ ਜੀ ਉਹਨਾਂ ਦਾ ਬਚਨ ਕਮਾਓ। ਸਤ ਸੰਗਤ ਮਤ ਇਮ ਪਹਿਚਾਨੋ। ਮਹਾਰਾਜ ਸਤ ਸੰਗਤ ਦੀ ਮਤ ਵੀ ਇਸ ਤਰ੍ਹਾਂ ਹੈ, ਆਪ ਜੀ ਦੇ ਦਰਸ਼ਨਾਂ ਲਈ ਉਡੀਕ ਰਹੀ ਹੈ ਕਿ ਆਪ ਜੀ ਸਾਨੂੰ ਉਪਦੇਸ਼ ਬਖਸ਼ੋ ਆਪਣਾ। ਹਮ ਤੁਮ ਸਭ ਕੋ ਧਰਮ ਇਹੀ ਹੈ। ਮਹਾਰਾਜ ਸਾਡਾ ਤੇ ਤੁਹਾਡਾ ਸਭ ਦਾ ਇਹੀ ਧਰਮ ਹੈ ਕਿ ਗੁਰੂ ਮਤ ਮੰਨੀਏ। ਗੁਰ ਆਗਿਆ ਸਿਰ ਧਰਨ ਸਹੀ ਹੈ। ਤੇ ਗੁਰੂ ਦੀ ਆਗਿਆ ਸਿਰ ਤੇ ਧਰਨੀ ਯੋਗ ਹੈ, ਕਮਾਉਣੀ ਯੋਗ ਹੈ। ਸੁਨ ਗੁਰ ਰਾਮਦਾਸ ਇਨ ਬੈਨਾ। ਇਹ ਹੈ ਸੰਗਤ ਜੀ, ਮੇਰੀ ਬੰਦੀ ਭਗਤ ਛਡਾਵੇ ਬੰਧੈ ਭਗਤ ਨਾ ਛੂਟੈ ਮੋਹੇ। ਇਹ ਤੁਰਿਆ ਆਉਂਦਾ ਸਿਧਾਂਤ ਹੈ ਆਪੇ ਗੁਰ ਚੇਲੇ ਦਾ। ਸੰਗਤ ਨੇ ਜਦੋਂ ਬਚਨ ਕੀਤੇ, ਫਿਰ ਮਹਾਰਾਜ ਪਾਤਸ਼ਾਹ ਜੀ ਨੇ, ਹਾਂਜੀ ਪੜੋ ਦੁਬਾਰੇ। ਸੁਣ ਗੁਰ ਰਾਮਦਾਸ ਇਨ ਬੈਨਾ। ਸੁਣ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਉਹਨਾਂ ਪਤਵੰਤੇ ਆਏ ਗੁਰਸਿੱਖਾਂ ਦੇ ਇਹ ਬਚਨ। ਪਰਮ ਪ੍ਰੇਮ ਤੇ ਜਲ ਭਰ ਨੈਣਾ। ਮਹਾਰਾਜ ਪਾਤਸ਼ਾਹ ਜੀ ਦੇ ਨੇਤਰਾਂ 'ਚ ਬੜੇ ਪ੍ਰੇਮ ਦੇ ਨਾਲ ਜਲ ਭਰ ਆਇਆ। ਤੁਮ ਗੁਰ ਸੁਤ ਅਰ ਗੁਰ ਸਿੱਖ ਸਾਰੇ। ਹੱਥ ਜੋੜ ਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਬਾਬਾ ਮੋਹਰੀ ਜੀ, ਤੁਸੀਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਪੁੱਤਰੋਂ ਅਤੇ ਇਹ ਸਾਰੇ ਗੁਰੂ ਕੇ ਸਿੱਖ, ਗੁਰੂ ਕੀ ਸੰਗਤ ਹੈ। ਮੈਂ ਨਿਤ ਹੋ ਅਨੁਸਾਰ ਤੁਮਾਰੇ। ਤੇ ਮੈਂ ਤਾਂ ਤੁਹਾਡੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਪੁੱਤਰ ਗੁਰੂ ਕੀ ਸੰਗਤ ਦੇ ਨਿਤ ਅਨੁਸਾਰੀ ਆ। ਸਾਦਰ ਬਚਰ ਮਾਨਬੋ ਮੋਹੇ। ਤੇ ਮੈਂ, ਮੇਰਾ ਭਾਈ ਸਾਦਰ ਬਚਨ ਮਾਨਬੋ ਮੋਹੇ, ਤੇ ਮੈਂ ਤੁਹਾਡਾ ਸਤਿਕਾਰ ਅਦਬ ਦੇ ਨਾਲ ਬਚਨ ਮੰਨਦਾ ਹਾਂ।
ਮੋ ਕਹੋ ਮਹਾ ਧਰਮ ਇਹੋ ਹੋਏ। ਕਿਉਂਕਿ ਮੇਰਾ ਤਾਂ ਧਰਮ ਹੀ ਇਹ ਹੈ ਵੀ ਅਸੀਂ ਗੁਰੂ ਕੀ ਸੰਗਤ ਦਾ ਬਚਨ ਕਮਾਈਏ। ਮੈਨੂੰ ਇਹੀ ਪਿਤਾ ਸਤਿਗੁਰੂ ਰਾਮਦਾਸ ਅਮਰਦਾਸ ਪਾਤਸ਼ਾਹ ਜੀ ਬਚਨ ਕਰਕੇ ਗਏ ਹੈ। ਅਸ ਕੈ ਨਿਕਸੇ ਬਾਹਰ ਆਏ। ਇਸ ਤਰ੍ਹਾਂ ਕਹਿ ਕੇ ਗੁਰਚੇਲੇ ਦੀ ਮਰਜ਼ਾਦਾ ਕਰਕੇ ਫਿਰ ਬਾਹਰ ਆਏ ਸੱਚੇ ਪਾਤਸ਼ਾਹ ਜੀ। ਬੈਠ ਸਭਾ ਮਹਿ ਸੋਭ ਵਡਾਏ। ਸਸੋਭਤ ਹੋ ਗਏ ਸਭਾ ਦੇ ਵਿੱਚ ਵਡਿਆਈ ਸਹਿਤ। ਜਿਮ ਉੱਡ ਗਨ ਮੰਡਲ ਮਹਿ ਆਏ। ਜਿਵੇਂ ਉਡਗਨ ਮੰਡਲ ਮਹਿ ਆਏ, ਜਿਵੇਂ ਤਾਰਾ ਮੰਡਲ ਵਿੱਚ ਆ ਜਾਵੇ। ਪੂਰਨ ਚੰਦ ਮਨਿੰਦ ਸੁਹਾਏ। ਪੂਰਨਮਾਸੀ ਦਾ ਚੰਦਰਮਾ ਜਿਵੇਂ ਸੋਭਦਾ ਹੈ ਨਾ, ਆਏ ਭਾਈ ਗੁਰਸਿੱਖ ਤਾਰਾ ਮੰਡਲ ਦੇ ਵਿੱਚ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਪੂਰਨਮਾਸੀ ਦੇ ਚੰਦਰਮਾ ਵਾਂਗੂ ਪ੍ਰਕਾਸ਼ ਗਏ। ਕਿਦੋ ਬਿਮਨ ਸੈਨਾ ਕੇ ਮਾਹੇ। ਜਦੋਂ ਇਹ ਕਹਿ ਲੋ ਭਾਈ ਬੇਮਨ ਸੈਨਾ, ਆਪਣੇ ਸੈਨਾਪਤੀ ਰਾਜੇ ਤੋਂ ਬਿਨਾਂ ਜਿਵੇਂ ਸੈਨਾ ਦਾ ਮਨ ਢਹਿ ਜਾਂਦਾ ਹੈ। ਹਾਂਜੀ, ਮਹਿਪਾਲਕ ਆਇਓ ਚਿਤ ਚਾਹੇ। ਤੇ ਮਹਿਪਾਲਕ ਉਦੋਂ ਭਾਈ ਫੌਜ ਦਾ ਮੁਖੀ ਆ ਜਾਵੇ, ਮਾਲਕ ਆ ਜਾਵੇ, ਜਿਵੇਂ ਉਹਨਾਂ ਨੂੰ ਚਾਅ ਤੇ ਉਤਸ਼ਾਹ ਹੁੰਦਾ ਹੈ। ਆਪਣੇ ਸੈਨਾਪਤੀ, ਆਪਣੇ ਕਮਾਂਡਰ, ਆਪਣੇ ਰਾਜੇ ਆਏ ਤੋਂ ਆਏ ਗੁਰੂ ਕੀ ਸੰਗਤ ਨੂੰ ਚਾਅ ਉਤਸ਼ਾਹ ਜਾਗ ਪਿਆ। ਸਭਨ ਖਰੇ ਹੋਏ ਬੰਦਨ ਕੀ। ਸਾਰੀਆਂ ਸੰਗਤਾਂ ਨੇ ਖੜੇ ਹੋ ਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਮਸਤਕ ਟੇਕਿਆ। ਅਰਪ ਉਪਾਇਨ ਸਗਰੀ ਦੀਨ। ਆਪੋ ਆਪਣੀਆਂ ਸਾਰੀਆਂ ਭੇਟਾਂ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਅਰਪ ਦਿੱਤੀਆਂ, ਭੇਟ ਕਰ ਦਿੱਤੀਆਂ। ਕਰ ਦਰਸ਼ਨ ਔਰ ਹਰਖੇ ਸਭੈ। ਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦੀਦਾਰ ਪਰਸ ਕੇ ਗੁਰੂ ਕੀਆਂ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ। ਮਿਲਿਓ ਪ੍ਰਾਤ ਰਵ ਕਲਮਨ ਅਬੈ। ਤੇ ਮਿਲਿਓ ਪ੍ਰਾਤ ਰਵ ਕਮਲ ਨ ਅਵੈ। ਮਾਨੋ ਵੀ ਰਾਤ ਦਾ ਵਿਛੜਿਆ ਸੂਰਜ ਕਮਲਾਂ ਦੀ ਬਗੀਚੀ ਨੂੰ ਆ ਮਿਲਿਆ ਹੋਵੇ। ਜਿਵੇਂ ਐਂ ਜਿਵੇਂ ਕਮਲ ਖਿੜ ਜਾਂਦੇ ਆ ਸੂਰਜ ਨੂੰ ਵੇਖ ਕੇ, ਐਂ ਸਤਿਗੁਰੂ ਰਾਮਦਾਸ ਪਾਤਸ਼ਾਹ ਰੂਪੀ ਸੂਰਜ ਦੇ ਦੀਦਾਰ ਕਰਕੇ ਗੁਰੂ ਕੇ ਸਿੱਖਾਂ ਰੂਪੀ ਕਮਲ ਖਿੜ ਗਏ। ਦੋਹਰਾ ਸਿੰਘਾਸਨ ਸੰਤੋਖ ਪਰ। ਹਾਂ, ਸੰਤੋਖ ਦੇ ਸਿੰਘਾਸਨ ਉੱਪਰ। ਸਤ ਛਤਰ ਅਬਰਾਮ। ਤੇ ਜਿੱਥੇ ਸੱਚ ਦਾ ਛਤਰ ਹੈ ਸੁੰਦਰ ਝੁੱਲ ਰਹੇ ਆ। ਸਤ ਝੁੱਲਾ ਸਤ ਨਰੰਜਨੀ। ਹਾਂਜੀ, ਸਤ ਨਾਮ ਝੰਡਾ ਝੁਲਤ। ਸਤਨਾਮ ਝੰਡਾ ਝੁਲਤ। ਸੱਚੇ ਵਾਹਿਗੁਰੂ ਨਾਮ ਦਾ ਭਾਈ ਝੰਡਾ ਝੂਲ ਰਹੇ ਆ, ਨਿਸ਼ਾਨ ਝੂਲ ਰਹੇ ਆ। ਰਾਜਤ ਸਤਗੁਰ ਰਾਮ। ਤੇ ਉਹ ਸਭਾ ਦੇ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਰਾਜਤ ਕਹੀਏ ਆ ਬਿਰਾਜਮਾਨ ਹੋਏ ਹੈ। ਸੱਚ ਦੇ ਸਿੰਘਾਸਣ, ਸੰਤੋਖ ਦੇ ਸਿੰਘਾਸਣ ਤੇ, ਜਿੱਥੇ ਸੱਚ ਦਾ ਚਵਰ ਝੁੱਲ ਰਿਹਾ ਹੈ, ਜਿੱਥੇ ਸੱਚੇ ਵਾਹਿਗੁਰੂ ਨਾਮ ਦਾ ਝੰਡਾ ਨਿਸ਼ਾਨ ਝੂਲ ਰਿਹਾ ਹੈ, ਉਸ ਸੱਚ ਸੰਤੋਖ ਦੇ ਸਿੰਘਾਸਣ ਤੇ ਸਾਹਿਬ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਆ ਕੇ ਸੁਸ਼ੋਭਤ ਹੋ ਕੇ ਗੁਰੂ ਕੀਆਂ ਸੰਗਤਾਂ ਨੇ ਬੜਾ ਚਾਅ ਆਪੋ ਆਪਣੀਆਂ ਭੇਟਾਂ ਅਰਪ ਕੇ ਆਪੋ ਆਪਣੀ ਭਾਵਨਾ ਮਹਾਰਾਜ ਪਾਤਸ਼ਾਹ ਕੋਲੇ ਅਰਦਾਸੇ ਸੋਧੇ ਹੈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਅਤੇ ਸੋਢੀ ਸਕਲ ਸ੍ਰੇਸ਼ਟ ਤਾਰਨ ਕਉ ਆਵ ਗੁਰੂ ਰਾਮਦਾਸ ਕਉ ਮਿਲੀ ਵਡਾਈ। ਭਾਈ ਸੋਢੀ ਸਕਲ ਸ੍ਰਿਸ਼ਟ ਤਾਰਨ ਕੋ, ਸਾਰੇ ਸੋਢੀ ਤੇ ਸਾਰੀ ਭਾਈ ਸ੍ਰਿਸ਼ਟੀ ਤਾਰਨ ਵਾਸਤੇ ਹੁਣ ਸੋਢੀਆਂ ਦੀ ਕੁਲ ਦੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਹੁਣ ਵਡਿਆਈ ਪ੍ਰਗਟ ਹੋਈ, ਵਡਿਆਈ ਮਿਲੀ ਆ ਗੁਰੂ ਨਾਨਕ ਦੇ ਦਰ ਘਰ ਤੋਂ। ਇਸ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਜਿਵੇਂ ਜਗਤ ਜਲੰਦੇ ਨੂੰ ਤਾਰਨਗੇ, ਭਲਾ ਕਰਨਗੇ ਤੇ ਕਰ ਰਹੇ ਆ। ਅੱਜ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਰਬਾਰ ਅੱਜ ਵੀ ਭਾਈ ਜਗਤ ਜਲੰਦੇ ਨੂੰ ਤਾਰ ਰਹੇ ਆ। ਗੱਲ ਵਿਸ਼ਵਾਸ ਦੀ ਹੈ, ਗੱਲ ਭਾਵਨਾ ਦੀ ਹੈ, ਕਿੰਤੂ ਦੀ ਨਹੀਂ ਹੈ। ਹਾਂ ਭਾਈ, ਕੋਈ ਭਾਵਨਾ ਹੋਵੇ, ਉਧਰੋਂ ਸਮਾਂ ਬਣਿਆ ਹੋਵੇ ਉਹ, ਤੇ ਉਧਰੋਂ ਭਾਵਨਾ ਹੋਵੇ ਪਿੰਗਲੇ ਵਾਲੀ ਅੰਦਰ ਜਾਂ ਵਾਸੂਦੇਵ ਵਿਗਿਆਨੀ ਵਾਲੀ ਅੰਦਰ ਭਾਵਨਾ ਬਣ ਜੇ, ਤੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦਾ ਕਰੇ ਇਸ਼ਨਾਨ। ਗੁਰੂ ਦੀ ਪਰਖ ਨਹੀਂ ਹੁੰਦੀ, ਗੁਰੂ ਤੇ ਤਾਂ ਭਾਵਨਾ ਹੁੰਦੀ ਹੈ। ਉਹ ਭਾਵਨਾ ਬਣ ਜੇ ਗੁਰੂ ਦੇ ਚਰਨਾਂ ਤੇ, ਮੇਰਾ ਗੁਰੂ ਸਮਰੱਥ ਹੈ। ਉੱਥੇ ਹੀਲ ਹੁਜਤ ਨਾ ਹੋਵੇ, ਉੱਥੇ ਤਰਕ ਨਾ ਹੋਵੇ, ਉੱਥੇ ਗੁਰੂ ਰਾਮਦਾਸ ਦੀ ਵਡਿਆਈ ਤੇ ਪੂਰਨ ਵਿਸ਼ਵਾਸ ਹੋਵੇ। ਤੇ ਵਿਸ਼ਵਾਸ ਪਰਖਣ ਵਾਸਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਸਿਰ ਮੰਗ ਲੈਣ, ਹਾਜ਼ਰ ਕਰ ਦੇਵੇ। ਕੱਲੀ ਪਰਖ ਨਹੀਂ ਹੁੰਦੀ, ਪਰਖ ਤਾਂ ਸਿਰ ਦੇ ਕੇ ਹੁੰਦੀ ਹੈ ਗੁਰੂ ਦੀ। ਭਾਵਨਾ ਹੋਵੇ ਭਾਈ ਗੁਰੂ ਦਰ ਤੇ, ਫਿਰ ਇਸ਼ਨਾਨ ਕਰ ਲਵੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਸਰੋਵਰ ਅੰਦਰ।
ਕਿਹੜੇ ਦੁੱਖ ਰੋਗ ਰਹਿੰਦੇ ਆ ਭਾਈ, ਉਹ ਤਾਂ ਉਹ ਪਾਪ ਉਤਰ ਜਾਂਦੇ ਆ ਜਿਸ ਨੂੰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਹੈ, ਹਰ ਹਾਂ ਸਭ ਕਸਮਲ ਜਾਹੇ, ਸਾਰੇ ਹੀ ਪਾਪ ਚਲੇ ਜਾਂਦੇ ਆ। ਕਸਮਲ ਵੱਡੇ ਪਾਪ ਹੁੰਦੇ ਆ ਭਾਈ, ਵੱਡੇ ਪਾਪ ਉਹ ਵੀ ਲੈ ਜਾਂਦੇ ਆ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਨਾਲ। ਇਹ ਵਡਿਆਈ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ, ਭੁੱਲਾਂ ਚੁੱਕਾਂ ਦੀ ਖਿਮਾ। ਇੱਥੇ ਪ੍ਰਸੰਗ ਪੂਰਾ ਹੋਇਆ। ਅੱਗੇ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਸਤਿਗੁਰਾਂ ਦੀਆਂ ਵਡਿਆਈਆਂ ਬਖਸ਼ਿਸ਼ ਕਰਨਗੇ, ਆਪਾਂ ਭਾਈ ਵਿਚਾਰ ਕਰਾਂਗੇ ਜੀ। ਸਿੰਘਾਸਨ ਸੰਤੋਖ ਪਰ ਸਤ ਛਤਰ ਅਬਰਾਮ, ਸਤ ਨਾਮ ਝੰਡਾ ਝੁਲਤ ਰਾਜਤ ਸਤਿਗੁਰ ਰਾਮ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ,